ਆਹ ਅੱਗਾ ਸਵਾਰਨ ਲਈ ਕੈਸਾ ਪਿਆਰ ਉਪਕਾਰ ਭਰਿਆ ਗੁਰਵਾਕ ਉਚਾਰਨ ਹੋਇਆ ਹੈ। ਗੁਰੂ ਪੰਚਮ ਪਾਤਸ਼ਾਹ ਕੈਸੀ ਤਾਕੀਦੀ ਪਿਆਰ ਲੋਰੀ ਦਿੰਦੇ ਹਨ। ਯਥਾ ਗੁਰਵਾਕ ਹਰ ਨਾਮ ਲੇਹੋ ਮੀਤਾ ਲੇਹੋ ਆਗੈ ਬਿਖਮ ਪੰਥ ਭੈ ਆਨ ਰਹਾਓ। ਸੇਵਤ ਸੇਵਤ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲ। ਕਰ ਸੇਵਾ ਤੂੰ ਸਾਧ ਕੀ ਹੋ ਕਾਟਿਐ ਜਮਜਾਲ। ਹੋਮ ਜਗ ਤੀਰਥ ਕੀਏ ਬਿਚ ਹੋਮੈ ਬਧੇ ਬਿਕਾਰ। ਨਰਕ ਸੁਰਗ ਦੋਇ ਭੁੰਚਨਾ ਹੋਏ ਬਹੁਰ ਬਹੁਰ ਅਵਤਾਰ। शिवपुरी ब्रह्मपुरी इंद्रपुरी निहचल को थाऊ नाहें। बिन हर सेवा सुख नहीं हो साकत आवें जाहें। जैसो गुर उपदेशया मैं तैसो कहा पुकार। नानक कह सुन रे मना कर कीर्तन होए उधार। गौड़ी मालवा महला पंजवां। ਅਸਾਡੇ ਤੇ ਤਰਸ ਖਾ ਕੇ ਪਰਮਾਰਥ ਦੇ ਜਗਿਆਸੂਆਂ ਅਲਪਗ ਜੀਵਾਂ ਨੂੰ ਮੀਤਾ ਪਦ ਨਾਲ ਸੰਬੋਧਨ ਕਰਕੇ ਗੁਰੂ ਸਾਹਿਬ ਫਰਮਾਉਂਦੇ ਹਨ, ਐ ਮੇਰੇ ਮਿੱਤਰ ਖਿਨ ਖਿਨ ਨਾਮ ਲੇਹੋ, ਨਾਮ ਹੀ ਨਾਮ ਸੰਗ੍ਰਹਿ ਕਰੋ, ਮਤ ਬਿਲਮ ਕਰੋ, ਕਿਉਂਕਿ ਅੱਗੇ ਬੜਾ ਹੀ ਭਿਆਨਕ ਬਿਖੜਾ ਪੈਂਦਾ ਹੈ ਜੋ ਕੇਵਲ ਨਾਮ ਦੇ ਜਪਿਆਂ ਹੀ ਕਟਿਆ ਜਾਣਾ ਹੈ। ਮਤ ਖਿਆਲ ਕਰ ਕਿ ਮਰਨਾ ਨਹੀਂ, ਕਾਲ ਤਾਂ ਤੇਰੇ ਸਿਰ ਤੇ ਖੜਾ ਹੈ, ਤਾਂ ਤੇ ਸਿਮਰਨ ਕਰਨ ਵਿੱਚ ਦੇਰ ਨਾ ਕਰ। ਸਦਾ ਸਿਮਰਨਮਈ ਸੇਵਾ ਭਗਤ ਕਰੀ ਜਾਹ। ਨਾਮ ਰੰਗ ਰਤੜੇ ਸਾਧ ਜਨਾਂ ਦੀ ਸੇਵਾ ਕਰ। ਇਹੋ ਸਾਧ ਗੁਰੂ ਦੀ ਸੇਵਾ ਹੈ। ਇਸ ਵਿਧ ਸੇਵਾ ਸਿਮਰਨ ਕੀਤਿਆਂ ਹੀ ਜਮ ਰੂਪੀ ਕਾਲ ਦੇ ਜਾਲ ਕੱਟੇ ਜਾਣੇ ਹਨ। ਇਹ ਸਾਧ ਗੁਰ ਸੇਵਾ ਸਿਮਰਨ ਕੇਵਲ ਗੁਰੂ ਨਾਨਕ ਸਾਹਿਬ ਦੇ ਘਰੋਂ ਹੀ ਪ੍ਰਾਪਤ ਹੈ। ਅਨਮਤ ਦ੍ਰਿੜਾਏ ਹੋਮ ਜਗ ਤੀਰਥ ਆਦਿ ਕਰਮ ਕੀਤੇ ਕਿਸੇ ਵੀ ਕੰਮ ਨਹੀਂ, ਨਾ ਕਿਸੇ ਲੇਖੇ ਪੈਣੇ ਹਨ। ਇਹ ਕਰਮ ਸਭ ਹਉਮੈ ਅੰਦਰ ਹੀ ਕੀਤੇ ਜਾਂਦੇ ਹਨ। ਹਉਮੈ ਦੇ ਬੰਧਨ ਹੀ ਪੈਂਦੇ ਹਨ, ਕਿਉਂਕਿ ਹਉਮੈ ਵਿੱਚ ਕੀਤੇ ਕਰਮਾਂ ਕਰਕੇ ਹੰਕਾਰ ਹੀ ਵੱਧਦਾ ਹੈ। ਨਰਕ ਸੁਰਗ ਵਾਰੋ ਵਾਰ ਭੁਗਤਣੇ ਪੈਂਦੇ ਹਨ। ਦੋਹਾਂ ਨੂੰ ਭੋਗ ਕੇ ਮੁੜ ਮੁੜ ਜੂਨਾਂ ਵਿੱਚ ਪੈਣਾ ਪੈਂਦਾ ਹੈ। ਸ਼ਿਵਪੁਰੀ ਬ੍ਰਹਮਪੁਰੀ ਇੰਦਰਪੁਰੀਆਂ ਵਿੱਚ ਪਾਉਣਾ ਪੈਂਦਾ ਹੈ। ਨਾ ਹੀ ਪੁਰੀਆਂ ਵਾਲੇ ਇਹ ਥਾਂ ਨੇਚਲ ਹਨ, ਨਾ ਇਹਨਾਂ ਦਾ ਵਾਸਾ ਨੇਚਲ ਹੈ। ਬਿਨਾਂ ਸੱਚੇ ਨਾਮ ਰੂਪੀ ਹਰ ਸੇਵਾ ਦੇ ਸੱਚੇ ਸੁਖ ਦੀ ਪ੍ਰਾਪਤੀ ਕਿਤੇ ਵੀ ਨਹੀਂ। ਨਾਮ ਬਿਨਾਂ ਸਭ ਸਾਕਤ ਦੁਹੇਲੇ ਹਨ। ਉੱਪਰਲੇ ਕਰਮ ਕਰਨ ਹਾਰੇ ਸਭ ਸਾਕਤ ਹਨ। ਸਭਨਾਂ ਨੂੰ ਆਵਾ ਗਾਉਣ ਦੇ ਗੇੜ ਵਿੱਚ ਪੈਣਾ ਪਊ। ਜੈਸਾ ਧੁਰੋਂ ਗੁਰ ਉਪਦੇਸ਼ ਚਿਤਰਿਆ ਹੈ, ਉਸੇ ਅਨੁਸਾਰ ਗੁਰੂ ਦੇ ਮੁਖਾਰ ਬਿੰਦ ਤੋਂ ਇਹ ਪੁਕਾਰ ਪੁਕਾਰੀ ਗਈ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਕੇਵਲ ਸਿਫਤ ਸਲਾਹ ਹਰੀ ਜਸ ਕੀਰਤਨ ਦੁਆਰਾ ਹੀ ਉਧਾਰ ਹੁੰਦਾ ਹੈ, ਸੋ ਕਰੀ ਚੱਲੋ। ਇਸ ਗੁਰ ਉਪਦੇਸ਼ ਨੂੰ ਸੁਣ ਕੇ ਸਿਦਕਵਾਨਾਂ ਗੁਰਸਿੱਖਾਂ ਨੂੰ ਤਾਂ ਕੋਈ ਸੰਦੇਹ ਨਹੀਂ ਰਹਿੰਦਾ ਕਿ ਜੋ ਕੁਝ ਇਸ ਵਾਕ ਅੰਦਰ ਉਪਦੇਸ਼ਿਆ ਗਿਆ ਹੈ ਸੋ ਸਭ ਸੱਚ ਤੇ ਯਥਾਰਥ ਹੈ। ਇਸ ਗੁਰਵਾਕ ਦੁਆਰਾ ਹੇਠ ਲਿਖੀਆਂ ਗੱਲਾਂ ਸਿੱਧ ਹੁੰਦੀਆਂ ਹਨ। ਪਹਿਲੀ, ਸਿਰ ਤੇ ਕਾਲ ਹੈ। ਦੂਜੀ, ਅੱਗੇ ਰਸਤਾ ਬਹੁਤ ਭਿਆਨਕ ਹੈ। ਤੀਜੀ, ਸਿਮਰਨ ਕੀਤਿਆਂ ਜਮ ਜਾਲ ਕੱਟੇ ਜਾਂਦੇ ਹਨ। ਚੌਥੀ, ਜਮਾਂ ਦਾ ਵਜੂਦ ਵੀ ਹੈ। ਪੰਜਵੀਂ, ਨਰਕ ਸੁਰਗ ਅਸਥਾਨ ਵੀ ਹਨ, ਚਾਹੇ ਨਿਹਚਲ ਰਹਿਣ ਵਾਲੇ ਟਿਕਾਣੇ ਨਹੀਂ। ਛੇਵੀਂ, ਸ਼ਿਵਪੁਰੀ ਬ੍ਰਹਮਪੁਰੀ ਇੰਦਰਪੁਰੀਆਂ ਆਦਿਕ ਪੁਰੀਆਂ ਵੀ ਹਨ। ਇਹਨਾਂ ਗੱਲਾਂ ਤੋਂ ਇਨਕਾਰ ਨਹੀਂ ਹੋ ਸਕਦਾ, ਪਰ ਗੁਰਸਿੱਖਾਂ ਨਾਮ ਰਸੀਆਂ ਪਰ ਇਹਨਾਂ ਦਾ ਕੋਈ ਅਸਰ ਨਹੀਂ। ਅਗਲੀ ਦਰਗਾਹ ਤਾਂ ਇਸ ਗੁਰਵਾਕ ਦਾ ਮੁੱਖ ਵਿਸ਼ਾ ਹੀ ਹੈ। ਅਗਲਾ ਗੁਰਵਾਕ ਇਸ ਤੋਂ ਵੀ ਵੱਧ ਇਹਨਾਂ ਗੱਲਾਂ ਦੀ ਤਸਦੀਕ ਕਰਦਾ ਹੈ। ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਓਰੈ ਮੂਸੇ ਰਹਾਓ। ਬਰਤ ਨੇਮ ਸੰਜਮ ਮੈਂ ਰਹਿਤਾ ਤਿਨ ਕਾ ਆੜ ਨ ਪਾਇਆ। ਅੱਗੇ ਚੱਲਣ ਔਰ ਹੈ ਭਾਈ ਊਹਾਂ ਕਾਮ ਨ ਆਇਆ। ਤੀਰਥ ਨਾਏ ਅਰ ਧਰਨੀ ਭ੍ਰਮਤਾ ਆਗੇ ਠੌਰ ਨ ਪਾਵੈ। ਊਹਾਂ ਕਾਮ ਨ ਆਵੈ ਇਹ ਬਿਦ ਉਹ ਲੋਗਨ ਹੀ ਪਤਿਆਵੈ। ਚਤੁਰਬੇਦ ਮੁਖ ਬਚਨੀ ਉਚਰੈ ਆਗੈ ਮੈਲ ਨ ਪਾਈਐ। ਬੂਝੈ ਨਾਹੀ ਏਕ ਸੁਧਾਖਰ ਉਹ ਸਗਲੀ ਝਾਕ ਚਖਾਈਐ। ਨਾਨਕ ਕਹਿਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗਰਾਮੀ। ਗੁਰ ਸੇਵੋ ਅਰ ਨਾਮ ਧਿਆਵੋ ਤਿਆਗੋ ਮਨੋ ਗੁਮਾਨੀ। ਗੌੜੀ ਮਾਲਾ ਮਹੱਲਾ ਪੰਜਵਾਂ। ਇਸ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਵਾਹਿਗੁਰੂ ਨਾਮ ਦੀ ਸਿਮਰਨ ਕਮਾਈ ਬਿਨਾਂ ਹੋਰ ਕਿਰਤ ਕਰਮੀ ਕਿਰਿਆ ਦੇ ਉਦਮ ਸਭ ਬਿਰਥੇ ਹਨ। ਅਨਮਤ ਬੋਧਤ ਜਪ ਤਪ ਸੰਜਮ ਆਦਿ ਕਮਾਤੇ ਕਰਮ ਇਹ ਸਭ ਉਰੇ ਉਰੇ ਹੀ ਖੁੱਸ ਜਾਂਦੇ ਹਨ, ਅਰਥਾਤ ਇੱਥੇ ਹੀ ਰਹਿ ਜਾਂਦੇ ਹਨ। ਇਹਨਾਂ ਦਾ ਬੀਜਿਆ ਫਲ ਅੱਗੇ ਜਾ ਕੇ ਪੁੰਗਰਦਾ ਹੀ ਨਹੀਂ, ਨਾ ਹੀ ਇੱਥੇ ਉਗਦਾ ਹੈ। ਵਰਤ ਨੇਮ ਸੰਜਮ ਆਦਿ ਅਨਮਤ ਕਰਮ ਕਰਨ ਵਿੱਚ ਖਪ ਖਪ ਮਰਨ ਵਾਲਿਆਂ ਨੂੰ ਆੜ ਦਾਮ ਵੀ ਇਹਨਾਂ ਦੀ ਕਮਾਈ ਦਾ ਫਲ ਨਹੀਂ ਮਿਲਦਾ।
ਇਹਨਾਂ ਖੋਟ ਕਰਮੀ ਕਰਮਾਂ ਦਾ ਸਿੱਕਾ ਅੱਗੇ ਚੱਲ ਕੇ ਨਹੀਂ ਚੱਲਦਾ, ਉੱਥੇ ਹੋਰ ਹੀ ਸਿੱਕਾ ਚੱਲਦਾ ਹੈ। ਚਾਹੇ ਕਿੰਨੇ ਤੀਰਥ ਨਹਾਉਂਦਾ ਫਿਰੇ, ਕਿਤਨੀਆਂ ਧਰਤੀਆਂ ਪਾਉਂਦਾ ਫਿਰੇ, ਅੱਗੇ ਚੱਲ ਕੇ ਇਹਨਾਂ ਨੂੰ ਕੋਈ ਥਾਂ ਟਿਕਾਣਾ ਨਹੀਂ। ਅਰਥਾਤ ਇਹ ਕਰਮ ਕਿਸੇ ਲੇਖੇ ਨਹੀਂ ਪੈਂਦੇ। ਇਸ ਅਨਮਤੀ ਵਿਧੀ ਅਨੁਸਾਰ ਕੀਤੇ ਕਰਮ ਅਗਲੀ ਦਰਗਾਹ ਵਿੱਚ ਕੰਮ ਨਹੀਂ ਆਉਂਦੇ। ਇੱਥੇ ਲੋਕਾਂ ਨੂੰ ਪਤਿਆਉਣ ਪਰਚਾਉਣ ਲਈ ਇਹ ਪਖੰਡ ਕਰਮ ਕੰਮ ਦਿੰਦੇ ਹਨ। ਚੌਹਾਂ ਬੇਦਾਂ ਦਾ ਮੂੰਹ ਜ਼ਬਾਨੀ ਕੀਤਾ ਪਾਠ ਵੀ ਇੱਥੇ ਰਹਿ ਜਾਂਦਾ ਹੈ। ਇਹਨਾਂ ਦਾ ਫਲ ਅੰਕੁਰ ਰਾਈ ਮਾਤਰ ਵੀ ਅੱਗੇ ਚੱਲ ਕੇ ਸਫੁੱਟ ਨਹੀਂ ਹੁੰਦਾ। ਵਾਹਿਗੁਰੂ ਸੱਚੇ ਦੇ ਮਹਿਲ ਦੀ ਪ੍ਰਾਪਤੀ ਤਾਂ ਇਸ ਦੁਆਰਾ ਕੀ ਹੋਣੀ ਸੀ। ਇੱਕ ਸੁਧ ਅੱਖਰ ਵਾਹਿਗੁਰੂ ਨਾਮ ਬੁੱਝੇ ਬਿਨਾ ਭਾਵੇਂ ਕਿਤਨੇ ਹੀ ਵੇਦ ਪਾਠ ਮੁਖ ਬਚਨੀ ਉਚਰੇ ਜਾਣ, ਇਹ ਸਾਰੀ ਕਿਰਤ ਕਰਨੀ ਝਾਕ ਝਖਰਨੀ ਹੀ ਗਿਣੀ ਜਾਊ। ਗੁਰੂ ਨਾਨਕ ਸਾਹਿਬ ਇਹ ਤਤ ਵਿਚਾਰ ਉਪਦੇਸ਼ ਦੇ ਮੁਖੋਂ ਉਚਾਰਦੇ ਹਨ। ਕੇਵਲ ਇਸ ਨੂੰ ਕਮਾਵਣ ਹਾਰਾ ਹੀ ਪਾਰਗ੍ਰਾਮੀ ਹੋ ਸਕਦਾ ਹੈ। ਉਹ ਕਿਹੜਾ ਉਪਦੇਸ਼ ਵਿਚਾਰ ਹੈ? ਇਹ ਕਿ ਸੱਚੇ ਗੁਰੂ, ਸੱਚੇ ਸਤਿਗੁਰੂ ਦਾ ਆਗਿਆਕਾਰੀ ਸੇਵਕ ਸਿੱਖ ਸੱਜ ਕੇ ਜੋ ਗੁਰਮਤਿ ਨਾਮ ਧਿਆਉਂਦਾ ਹੈ, ਨਿਸ਼ਕਾਮ ਤੇ ਨਿਰਅਭਿਮਾਨ ਹੋ ਕੇ ਉਸ ਦੀ ਨਾਮ ਅਭਿਆਸ ਕਮਾਈ ਲੇਖੇ ਪੈਂਦੀ ਹੈ ਤੇ ਅਗਲੀ ਦਰਗਾਹ ਫਲਦੀ ਫੁੱਲਦੀ ਹੈ। ਜਿਨ੍ਹਾਂ ਨੇ ਅਕਥ ਕਥਾਮਈ ਨਾਮ ਨਿਧਾਨ ਗੁਰੂ ਦੁਆਰਾ ਪਾ ਕੇ ਧਿਆਇਆ ਕਮਾਇਆ ਹੈ, ਤਿਨਾਂ ਨੇ ਅਗਲੀ ਦਰਗਾਹ ਜਾ ਕੇ ਸ਼ੋਭਾਵੰਤ ਬਾਂਹ ਲੁਡਾਰਨੀ ਸੱਚੀ ਸੁਹਾਗਣੀ ਦਾ ਮਰਤਬਾ ਪਾਇਆ ਹੈ। ਯਥਾ ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ, ਹਰ ਦਰਗਾਹ ਸ਼ੋਭਾਵੰਤ ਬਾਂਹ ਲੁਡਾਰੀਆ। ਗੌੜੀ ਮਾਝ ਮਹੱਲਾ ਪੰਜਵਾਂ। ਜਿਨ੍ਹਾਂ ਨੇ ਸਤਿਗੁਰ ਮਤਬੁੱਧ ਪਾ ਕੇ ਗੁਰਮਤਿ ਨਾਮ ਦਾ ਰਸਨਾ ਕਰਕੇ ਅਜੱਪਾ ਜਾਪ ਜਪਿਆ ਹੈ ਤੇ ਜਪ ਜਪ ਕੇ ਅਤੁੱਟ ਜਾਪ ਦੇ ਪ੍ਰਤਾਪ ਕਰ ਆਪਣਾ ਮਨ ਰੰਗਿਆ ਹੈ, ਤਿਨਾਂ ਦਾ ਅਗਲੀ ਦਰਗਾਹ ਅੰਦਰ ਅਨਾਦਰ ਕੋਈ ਨਹੀਂ ਕਰਦਾ। ਰੇ ਰੇ ਕਰਕੇ ਕੋਈ ਨਹੀਂ ਬੁਲਾਉਂਦਾ, ਸਭ ਕੋਈ ਜੀ ਜੀ ਕਰਕੇ ਹੀ ਬੁਲਾਉਂਦੇ ਹਨ। ਆਓ ਜੀ, ਬੈਠੋ ਜੀ ਕਹਿ ਕੇ ਸਭ ਕੋਈ ਆਦਰ ਦਿੰਦਾ ਹੈ। ਉਹਨਾਂ ਉੱਚ ਮੰਜ਼ਲੀ ਮਹਿਲਾਂ ਵਿੱਚ ਤਿਨਾਂ ਦਾ ਵਾਸ ਹੋ ਜਾਂਦਾ ਹੈ, ਜਿੱਥੇ ਵਸ ਕੇ ਜੰਮਣ ਮਰਨ 84 ਦਾ ਗੇੜ ਮੁੱਕ ਜਾਂਦਾ ਹੈ। ਨਾ ਉਹਨਾਂ ਮਹਿਲਾਂ ਦਾ ਵਿਨਾਸ਼ ਹੈ, ਨਾ ਹੀ ਮਹਿਲ ਵਾਸੀਆਂ ਦਾ ਵਿਨਾਸ਼ ਹੁੰਦਾ ਹੈ। ਯਥਾ ਗੁਰਵਾਕ ਰਾਰਾ ਰੰਗੋ ਯਾ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇ ਰੇ ਦਰਗਾਹ ਕਹੈ ਨ ਕੋ, ਆਓ ਬੈਠ ਆਦਰ ਸੁਭ ਦੇਊ। ਵਾ ਮਹਿਲੀ ਪਾਵੇਂ ਤੂੰ ਬਾਸਾ, ਜਨਮ ਮਰਨ ਨ ਹੋਏ ਬਿਨਾਸਾ। 52 ਅੱਖਰੀ। ਸੁਖਮਨੀ ਸਾਹਿਬ ਦੇ ਅਗਲੇਰੇ ਵਾਕ ਅਗਲੀ ਦਰਗਾਹ ਦੇ ਸੱਚ ਨੂੰ ਖੂਬ ਸਚਿਆਉਂਦੇ ਹਨ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਜਿਹ ਮਾਰਗ ਇਹ ਜਾਤ ਇਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨ ਸੰਜਾਨੂ, ਹਰ ਕਾ ਨਾਮ ਤਹ ਨਾਲ ਪਛਾਨੂ। ਜੈ ਮਹਾ ਭयान तपत बहु घाम, तय हर के नाम की तुम ऊपर छाम। जहाँ त्रिखा मन तुझ आकरख है, तह नानक हर हर ਅੰਮ੍ਰਿਤ ਬਰਖ ਹੈ। ਗੁਰੂ ਸਾਹਿਬ ਜੀ ਦੇ ਸ੍ਰੀ ਸੁਖਮਨੀ ਵਿੱਚ ਉਚਾਰੇ ਇਹਨਾਂ 7 ਵਾਕਾਂ ਦੀ ਰੋਸ਼ਨੀ ਤੱਲੇ ਅਗਲੀ ਦਰਗਾਹ ਦੀ ਵਰਣਨ ਕੀਤੀ ਉੱਪਰ ਵਰਨੀ ਵਿਵਸਥਾ ਸਭ ਸਤੋ ਸਤ ਹੈ। ਜਿਨ੍ਹਾਂ ਸਤ ਨਾਮ ਦੀ ਸਤ ਕਮਾਈ ਕੀਤੀ ਹੈ, ਤਿਨਾਂ ਨੇ ਉੱਪਰ ਵਰਨਿਆ ਅਗਲੀ ਦਰਗਾਹ ਦਾ ਬਿਰਤੰਤ ਨਕਸ਼ਾ ਆਪਣੀ ਅੱਖੀਂ ਪੇਖਿਆ ਆਖਿਆ ਹੈ। ਸੱਚਮੁੱਚ ਜੀਵ ਜਦ ਮਰਨ ਕਾਲ ਸਮੇਂ ਦੇਹੀ ਛੋੜਦਾ ਹੈ ਤਾਂ ਦੇਹੀ ਹੀ ਮਰਦੀ ਹੈ, ਜੀਵ ਨਹੀਂ ਮਰਦਾ। ਹਰ ਇੱਕ ਜੀਵ ਆਪੋ ਆਪਣੀ ਕਰਨੀ ਅਨੁਸਾਰ ਅਗਲੇ ਲੋਕ ਵਿੱਚ ਜਾਂਦਾ ਹੈ, ਅੱਗੇ ਕਰਨੀ ਦਾ ਫਲ ਪਾਉਂਦਾ ਹੈ। ਨਾਮੋ ਕੁੱਥੇ ਜੀਵ ਨੂੰ ਅਗਲੇ ਲੋਕ ਵਿੱਚ ਖੁਆਰੀ ਹੀ ਖੁਆਰੀ ਹੈ। ਸੱਚਮੁੱਚ ਅੱਗੇ ਉਹ ਅਸਥਾਨ ਹਨ ਜਿੱਥੇ ਸਾਰਿਆਂ ਜੀਵਾਂ ਨੂੰ ਅਤੀ ਮੁਸ਼ਕਲ ਭਾਰੀ ਬਣਦੀ ਹੈ। ਤਿਨਾਂ ਹੀ ਭਾਰੀ ਮੁਸ਼ਕਲ ਅਸਥਾਨਾਂ ਵਿਖੇ ਜਾਣ ਵਾਲੇ ਨਾਮ ਕਮਾਈਆਂ ਵਾਲੇ ਜੀਵ ਖਿਨ ਮਾਹੇ ਉਧਾਰੀਂਦੇ ਦੇਖੇ ਗਏ, ਸੱਚ ਪਰੇਖੇ ਗਏ ਹਨ। ਸੱਚਮੁੱਚ ਐਸੇ ਵੀ ਅਸਥਾਨ ਅਗਾਹਾਂ ਹਨ ਜਿੱਥੇ ਜਾਣ ਵਾਲੇ ਜੀਵ ਨੂੰ ਮਾਰਗ ਦਿਸਦਾ ਹੀ ਨਹੀਂ। ਬਿਲਕੁਲ ਸੁੰਨ ਮਸੁੰਨੇ ਰਸਤਿਆਂ ਥਾਣੀ ਉਸ ਨੂੰ ਲੰਘਣਾ ਪੈਂਦਾ ਹੈ ਅਤੇ ਇਕੱਲੇ ਹੀ ਲੰਘਣਾ ਪੈਂਦਾ ਹੈ, ਜਿੱਥੇ ਇਕੱਲ ਬੜੀ ਹੀ ਡਰਾਉਣੀ ਹੁੰਦੀ ਹੈ, ਕੰਬ ਕੰਬਾਉਣੀ ਹੁੰਦੀ ਹੈ।
ਜਿਨ੍ਹਾਂ ਨੇ ਨਾਮ ਦੀ ਅਤੁੱਟ ਕਮਾਈ ਕੀਤੀ ਹੁੰਦੀ ਹੈ, ਮਨੁੱਖਾ ਦੇ ਧਾਰ ਕੇ ਤਿਨਾਂ ਨੂੰ ਤਰਾਉਣੇ, ਮਨ ਕੰਬਾਉਣੇ, ਚਿੱਤ ਘਬਰਾਉਣੇ ਮਾਰਗ ਵਿਖੇ ਵਾਹਿਗੁਰੂ ਨਾਮ ਸੱਚਾ ਸੰਗੀ ਸਾਥੀ ਅਤੇ ਸਹਾਈ ਸੁਹੇਲਾ ਰਾਬਰ ਬਣਦਾ ਹੈ। ਜੀਵ ਨੂੰ ਅੱਗੇ ਜਾ ਕੇ ਐਸਾ ਅਤ ਲੰਮਾ ਮਾਰਗ ਦਰ ਪੇਸ਼ ਆਉਂਦਾ ਹੈ, ਜਿਸ ਮਾਰਗ ਦੇ ਦੂਰ ਦਰਾਜ਼ੇ ਕੋਸ ਮੀਲ ਅਣਗਿਣਤ ਹੁੰਦੇ ਹਨ। ਜੀਵ ਉਸ ਬਿਕਟ ਮਾਰਗ ਵਿਖੇ ਅਤੀ ਅਸਹਿ ਬਿਕਰਾਲ ਭੁੱਖ ਤਿੱਖਾ ਨਾਲ ਭੁੱਖਾ ਪਿਆਸਾ ਹੋ ਮਰ ਜਾਂਦਾ ਹੈ। ਜਿਨ੍ਹਾਂ ਨੇ ਨਾਮ ਦੀ ਕਮਾਈ ਨਹੀਂ ਕੀਤੀ ਹੁੰਦੀ, ਉਹ ਭੁੱਖ ਨਾਲ ਬੜੇ ਹੀ ਦੁਖੀ ਹੁੰਦੇ ਹਨ। ਭੁੱਖ ਉਹਨਾਂ ਦੀ ਕਦੇ ਮਿਟਦੀ ਹੀ ਨਹੀਂ, ਬੜੇ ਹੀ ਔਖੇ ਹੁੰਦੇ ਹਨ। ਜਿਨ੍ਹਾਂ ਨੇ ਨਾਮ ਕਮਾਈਆਂ ਕੀਤੀਆਂ ਹੋਈਆਂ ਹੁੰਦੀਆਂ ਹਨ, ਉਹਨਾਂ ਨੂੰ ਇੱਥੇ ਬੀਜਿਆ ਹੋਇਆ ਨਾਮ ਅੱਗੇ ਜਾ ਕੇ ਵੀ ਪੁੰਗਰਦਾ ਹੈ। ਹਰ ਛਿਨ ਤੇ ਹਰ ਕਦਮ ਤੇ ਨਾਮ ਦਾ ਸੱਚਾ ਤੋਸ਼ਾ ਉਹਨਾਂ ਦੇ ਸੰਗ ਰਹਿੰਦਾ ਹੈ। ਨਾਮ ਦਾ ਆਧਾਰ ਇੱਥੇ ਉੱਥੇ ਦੋਹੀਂ ਥਾਈਂ ਤਤ ਰਸ ਆਧਾਰੀ ਤੋਸ਼ਾ ਬਣ ਕੇ ਤਿਨਾਂ ਦੇ ਅੰਤਰ ਸਾਥ ਹਾਜ਼ਰ ਰਹਿੰਦਾ ਹੈ। ਉਹਨਾਂ ਨੂੰ ਭੁੱਖ ਦਾ ਦੁੱਖ ਕੋਈ ਨਹੀਂ ਵਿਆਪਦਾ, ਨਾਮ ਨਾਲ ਹੀ ਰੱਜੇ ਰਹਿੰਦੇ ਹਨ। ਅਗਲੀ ਦਰਗਾਹ ਵਿੱਚ ਨਾਲ ਚੱਲਣ ਵਾਲਾ ਸੱਚ ਪਦਾਰਥ ਤੋਸ਼ਾ ਹੈ ਤਾਂ ਨਾਮ ਹੀ ਹੈ, ਹੋਰ ਕੋਈ ਪਦਾਰਥ ਨਾਲ ਨਹੀਂ ਜਾਂਦਾ। ਮਾਇਆ ਧਨ ਲਖਮੀ ਦੇ ਅੰਬਾਰਾਂ ਦੇ ਅੰਬਾਰ ਇਕੱਠੇ ਕੀਤੇ ਇੱਥੇ ਹੀ ਰਹਿ ਜਾਂਦੇ ਹਨ। ਨਾਮ ਮਾਤਰ ਵੀ ਆਧਾਰ ਨਹੀਂ ਦਿੰਦੇ ਅੱਗੇ ਚੱਲ ਕੇ, ਨਾ ਅੱਗੇ ਨਾਲ ਜਾਂਦੇ ਹਨ, ਨਾ ਅੱਗੇ ਕੋਈ ਆਧਾਰ ਦਿੰਦੇ ਹਨ। ਇਹ ਕੇਵਲ ਨਾਮ ਦਾ ਪਦਾਰਥ ਹੀ ਹੈ, ਜਿਸ ਦਾ ਅਗਲੇ ਲੋਕ ਵਿੱਚ ਆਧਾਰ ਮਿਲਦਾ ਹੈ। ਬੜੇ ਬੜੇ ਜੱਗ ਕੀਤੇ, ਦੇਵ ਪਿਤਰਾਂ ਨਿਮਿਤ ਸਰਾਧ ਕੀਤੇ, ਕੁਝ ਆਧਾਰ ਨਹੀਂ ਦਿੰਦੇ। ਪਿੱਤਰ ਕਰਮ ਕੀਤੇ ਉਂਝ ਹੀ ਮੁਹ ਜਾਂਦੇ ਹਨ, ਖੁੱਸ ਜਾਂਦੇ ਹਨ। ਜੀਵਾਂ ਨੂੰ ਅੱਗੇ ਕਦੇ ਵੀ ਸਹਾਈ ਨਹੀਂ ਹੁੰਦੇ। ਸੱਚਮੁੱਚ ਐਸੇ ਪੈਂਡੇ ਵੀ ਅੱਗੇ ਆਉਂਦੇ ਹਨ, ਜਿਨ੍ਹਾਂ ਪੈਂਡਿਆਂ ਵਿਖੇ ਮਹਾਂ ਅੰਧ ਗੁਬਾਰ ਹੀ ਗੁਬਾਰ ਹੁੰਦਾ ਹੈ। ਹੱਥ ਮਾਰਿਆਂ ਕੁਛ ਦਿਖਾਈ ਨਹੀਂ ਦਿੰਦਾ। ਤਿਨਾਂ ਮਹਾਂ ਅੰਧਕਾਰ ਵਾਲੇ ਪੈਂਡਿਆਂ ਵਿਖੇ ਹਰ ਕੇ ਨਾਮ ਦਾ ਉਜਿਆਰਾ ਪਾਰ ਉਤਾਰਾ ਕਰਦਾ ਹੈ। ਜਿਨ੍ਹਾਂ ਨੇ ਨਾਮ ਕਮਾਇਆ ਹੁੰਦਾ ਹੈ, ਤਿਨਾਂ ਨੂੰ ਅੱਗੇ ਚੱਲ ਕੇ ਮਹਾਂ ਅੰਧ ਗੁਬਾਰ ਪੈਂਡਿਆਂ ਵਿੱਚ ਨਾਮ ਦਾ ਉਜਿਆਰਾ ਹਰ ਦਮ ਸੰਗ ਸਾਥ ਰਹਿੰਦਾ ਹੈ। ਦੇਹੀ ਤਿਆਗ ਕੇ ਅੱਗੇ ਗਏ ਜੀਵ ਨੂੰ ਐਸੇ ਪੰਧ ਪੰਥ ਵੀ ਪੇਸ਼ ਆਉਂਦੇ ਹਨ, ਜਿੱਥੇ ਉਸ ਦਾ ਕੋਈ ਸਹਿਣ ਸਾਖ ਸਿਆਣੂ ਨਹੀਂ ਹੁੰਦਾ। ਕਲਮ ਕੱਲੇ ਜੀਵ ਨੂੰ ਇਕੱਲ ਪਈ ਖਾਂਦੀ ਹੈ। ਨਾਮ ਜਪਣ ਵਾਲੇ ਜੀਵ ਜਦੋਂ ਦੇਹੀਓਂ ਜੁਦਾ ਹੁੰਦੇ ਹਨ, ਤਾਂ ਉਹਨਾਂ ਨੂੰ ਇਕੱਲ ਵਾਲੇ ਪੈਂਡਿਆਂ ਵਿਖੇ ਵਾਹਿਗੁਰੂ ਦਾ ਨਾਮ ਸੱਚਾ ਪਛਾਣੂ ਹੋ ਕੇ ਪੁਕਰਦਾ ਹੈ, ਜੋ ਹਰ ਛਿਨ ਉਹਨਾਂ ਦੇ ਸੰਗ ਸਾਥ ਰਹਿੰਦਾ ਹੈ ਅਤੇ ਸੰਗ ਸਾਥ ਵੀ ਸਦੀਵ ਲਈ ਨਿਭਦਾ ਨਿਭਾਉਂਦਾ ਹੈ। ਐਸੇ ਭੱਠ ਵਾਂਗੂ ਤਪ ਰਹੇ ਤਪਤ ਅਸਥਾਨਾਂ ਵਿੱਚ ਦੀ ਜੀਵ ਨੂੰ ਲੰਘਣਾ ਪੈਂਦਾ ਹੈ, ਜਿੱਥੇ ਮਹਾ ਭਿਆਨਕ ਤਪਤ ਵਾਲੀ ਗਰਮੀ ਪੈਂਦੀ ਹੈ ਅਤੇ ਧੁੱਪ ਹੀ ਧੁੱਪ ਉੱਥੇ ਰਹਿੰਦੀ ਹੈ। ਜਿਨ੍ਹਾਂ ਨਾਮ ਕਮਾਈਆਂ ਕੀਤੀਆਂ ਹੋਈਆਂ ਹੁੰਦੀਆਂ ਹਨ, ਤਿਨਾਂ ਨੂੰ ਇਹਨਾਂ ਮਹਾ ਭਿਆਨਕ ਤਪਤ ਘਾਮਾਂ ਵਿਖੇ ਵਾਹਿਗੁਰੂ ਨਾਮ ਦੀ ਛਾਂ ਛਾਇਆ ਬਣ ਕੇ ਸਿਰ ਤੇ ਛਾਈ ਰਹਿੰਦੀ ਹੈ। ਫੇਰ ਅੱਗੇ ਜਾ ਕੇ ਇੰਨੇ ਡੂਗਰ ਥਾਵਾਂ ਵਿੱਚ ਦੀ ਵੀ ਦਈਓਂ ਛੁੱਟੇ ਜੀਵ ਨੂੰ ਲੰਘਣਾ ਪੈਂਦਾ ਹੈ, ਜਿੱਥੇ ਕਿਤੇ ਪੀਣ ਨੂੰ ਪਾਣੀ ਨਹੀਂ ਮਿਲਦਾ ਅਤੇ ਬੜੀ ਡਾਢੀ ਤ੍ਰਿਖਾ ਤ੍ਰੇ ਅਤੇ ਪਿਆਸ ਜੀਵ ਨੂੰ ਕਣਤਾਉਂਦੀ ਤੜਫਾਉਂਦੀ ਹੈ। ਨਿਰੰਕਾਰੀ ਨਾਮ ਦੇ ਅਭਿਆਸਚਾਰੀਆਂ ਨੂੰ ਤਿੱਥੇ ਹੀ ਅੰਮ੍ਰਿਤ ਦੀ ਬਰਖਾ ਫੁਹਾਰਿਆਂ ਵਾਂਗੂ ਪੈ ਪੈ ਕੇ ਤ੍ਰਿਪਤਾਉਂਦੀ ਰਹਿੰਦੀ ਹੈ। ਇਹ ਅੱਗੇ ਦੇ ਵਰਤਾਓ ਦਾ ਪ੍ਰਤੱਖ ਨਜ਼ਾਰਾ ਹੈ, ਜੋ ਨਦਰ ਕਰਮੀਆਂ ਪੇਖਿਆ ਪਰਖਿਆ ਹੈ, ਜਿਸ ਵਿੱਚ ਸ਼ੱਕ ਸ਼ਿਕਾਇਤ ਦੀ ਗੁੰਜਾਇਸ਼ ਨਹੀਂ। ਪਰ ਅਸ਼ਰਦਕ ਸੰਸਾਰੀਆਂ ਮਾਇਆ ਧਾਰੀਆਂ ਅੰਧ ਅੰਧਾਰੀਆਂ ਦੀ ਐਸੀ ਗਤੀ ਹੋਏ ਰਹੀ ਹੈ ਕਿ ਜੋ ਠਾਕੁਰ ਸਦ ਸਦਾ ਹਜ਼ੂਰੇ ਹੈ, ਸੋ ਦੂਰ ਹੀ ਦਿਸਦਾ ਹੈ। ਜਿਸ ਵਾਹਿਗੁਰੂ ਦੀ ਸਿਮਰਨਮਈ ਸੇਵਾ ਟਹਿਲ ਕੀਤਿਆਂ ਦਰਗਾਹ ਮਾਨ ਪਾਈਦਾ ਹੈ, ਮੁਗਧ ਅਜਾਣ ਮਨਮੁਖੀ ਬੰਦੇ ਤਿਸ ਨੂੰ ਵਿਸਾਰੀ ਫਿਰਦੇ ਹਨ। ਹਾਲਾਂਕਿ ਗੁਰਬਾਣੀ ਧੁਰੋਂ ਆਈ ਗੁਰਸਿੱਖਾਂ ਦੀ ਇਸ਼ਟ ਬਾਣੀ ਪੁਕਾਰ ਪੁਕਾਰ ਕੇ ਦ੍ਰਿੜਾ ਰਹੀ ਹੈ ਕਿ ਵਾਹਿਗੁਰੂ ਦੇ ਨਾਮ ਜਪਣ ਕਰਕੇ ਦਰਗਾਹ ਮਾਣ ਪ੍ਰਾਪਤ ਹੁੰਦਾ ਹੈ ਅਤੇ ਪਤ ਪ੍ਰਤਿਸ਼ਠਾ ਸੇਤੀ ਘਰ ਘਾਮ ਬਸੇਰਾ ਪ੍ਰਾਪਤ ਹੁੰਦਾ ਹੈ। ਫੇਰ ਵੀ ਸਿੱਖ ਸਦਾਉਣ ਵਾਲੇ, ਸਿੱਖੀ ਦਾ ਦਾਅਵਾ ਕਰਨ ਵਾਲੇ ਕੱਖ ਕਰਕੇ ਨਹੀਂ ਕੁਝ ਸਮਝਦੇ ਅਤੇ ਗੁਰਵਾਕਾਂ ਤੇ ਪ੍ਰਤੀਤ ਨਹੀਂ ਕਰਦੇ। ਯਥਾ
ਜੋ ਠਾਕੁਰ ਸਦ ਸਦਾ ਹਜ਼ੂਰੇ, ਤਾਕੋ ਅੰਧਾ ਜਾਨਤ ਦੂਰੇ। ਜਾਕੀ ਟਹਿਲ ਪਾਵੈ ਦਰਗਾਹ ਮਾਨ, ਤਿਸੈ ਬਿਸਾਰੈ ਮੁਗਧ ਅਜਾਨ। ਪ੍ਰਭ ਜੀ ਜਪਤ ਦਰਗਾਹ ਮਾਨ ਪਾਵੈ, ਨਾਨਕ ਪਤ ਸੇਤੀ ਘਰ ਜਾਵੈ। ਸੁਖਮਨੀ ਸਾਹਿਬ। ਅਸੀਂ ਨਿੱਤਾ ਪ੍ਰਤੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ, ਪਰ ਕਦੇ ਕਿਸੇ ਸਿੱਖ ਨੇ ਵਿਚਾਰਿਆ ਹੈ ਤੇ ਕਦੇ ਕਿਸੇ ਸਿੱਖ ਦਾ ਇਸ ਗੁਰਦਰਸਾਏ ਹੱਕ ਹਕੰਨੇ ਦ੍ਰਿਸ਼ ਉੱਤੇ ਯਕੀਨ ਅਮੰਨਾ ਆਇਆ ਹੈ, ਜੋ ਕਿ ਅਨੰਨ ਗੁਰਸਿੱਖਾਂ ਦੇ ਸਿਦਕ ਦਾ ਮਖਜ਼ਨ ਹੈ। ਯਥਾ ਕਈ ਕੋਟ ਪਵਨ ਪਾਣੀ ਬਹਿ ਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਯਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਇਹ ਗੱਲ ਸੱਚ ਹਕੀਕਤ ਹੈ ਕਿ ਵਾਹਿਗੁਰੂ ਦੀ ਰਚਨਾ ਵਿਖੇ, ਖੁਦਾ ਦੀ ਖੁਦਾਈ ਵਿਖੇ ਬੇਅੰਤ ਹੀ ਐਸੀਆਂ ਰਚਨਾਵਾਂ ਹਨ ਜਿਨ੍ਹਾਂ ਦਾ ਸਾਡੇ ਅਲਪੱਗ ਜੀਵਾਂ ਨੂੰ ਇਲਮ ਨਹੀਂ। ਅਲਪੱਗ ਸਾਇੰਸਦਾਨਾਂ ਨੇ ਬਰਸਾਂ ਬੱਧੀ ਟੱਕਰਾਂ ਮਾਰ ਕੇ ਕੁਝ ਥੋੜੀਆਂ ਜਿਹੀਆਂ ਦਰਿਆਫਤਾਂ ਡਿਸਕਵਰੀਆਂ ਕੀਤੀਆਂ ਹਨ ਕਿ ਆਕਾਸ਼ ਵਿਖੇ ਇਸ ਧਰਤੀ ਦੀ ਨਿਆਈ ਹੋਰ ਵੀ ਧਰਤੀਆਂ ਹਨ, ਇਸ ਸੂਰਜ ਦੀ ਨਿਆਈ ਹੋਰ ਵੀ ਸੂਰਜ ਹਨ। ਪਰ ਅੱਜ ਤੋਂ 500-600 ਸਾਲ ਪਹਿਲਾਂ, ਜਦੋਂ ਕਿ ਸਾਇੰਸ ਅਤੇ ਸਾਇੰਸਦਾਨਾਂ ਦੀਆਂ ਕਾਢਾਂ ਪ੍ਰਸਿੱਧ ਨਹੀਂ ਸਨ, ਤਾਂ ਸਾਡੇ ਦਿਵ ਦ੍ਰਿਸ਼ਟ ਸਰਬਗਤਾ ਸ੍ਰਿਸ਼ਟ ਸਤਿਗੁਰਾਂ ਗੁਪਤੋਂ ਪ੍ਰਗਟਾਏ ਕੇ ਇਹ ਰਬਾਨੀ ਰਾਜ਼ ਫਾਸ਼ ਕੀਤੇ ਸਨ ਕਿ ਪੌਣ ਪਾਣੀ ਬਹਿ ਸੰਤਰ ਆਦਿ ਪੰਜਾਂ ਤੱਤਾਂ ਦੇ ਕੋਟਾਨ ਕੋਟ ਅਗਿਣਤ ਲਾ ਇੰਤਹਾ ਮੁਹੀਤ ਵਾਲੇ ਸਫੀਅਰ ਹਨ। ਸਾਡੀ ਇਸ ਇਕਮਾਤਰ ਭੂਮੀ ਧਰਤੀ ਸਾਰਖੇ ਕੋਟਾਨ ਕੋਟ ਦੇਸ਼ ਭੂ ਮੰਡਲ ਹਨ, ਜਿੱਥੇ ਸਾਇੰਸਦਾਨਾਂ ਨੇ ਚੰਦ ਇੱਕ ਸੂਰਜ ਸਿਤਾਰੇ ਚੰਦ ਤਾਰੇ ਡਿਸਕਵਰ ਕੀਤੇ ਅਰਥਾਤ ਮਾਲੂਮ ਕੀਤੇ ਹਨ ਅਤੇ ਅਜੇ ਵੀ ਸ਼ਸ਼ੋ ਪੰਜ ਵਿੱਚ ਪਏ ਹੋਏ ਹਨ, ਤਿੱਥੇ ਸਾਡੇ ਤ੍ਰਿਕਾਲ ਦ੍ਰਿਸ਼ਟੀ ਦੇ ਅਗੰਮ ਗਿਆਨ ਵਾਲੇ ਸਤਿਗੁਰਾਂ ਨੇ ਕਈ ਕੋਟ ਸਸੀਅਰ ਸੂਰ ਨਖਯਤਰ ਅਰਥਾਤ ਕਈ ਕੋਟ ਚੰਦ ਸੂਰਜ ਤਾਰਿਆਂ ਦਾ ਦਿਵ ਦ੍ਰਿਸ਼ਟੀ ਦੁਆਰਾ ਦੇਖੇ ਹੋਏ ਦਾ ਸਬੂਤ ਦਿੱਤਾ ਹੈ। ਅੱਜ ਕੱਲ੍ਹ ਦੇ ਸਾਇੰਸਦਾਨ ਕੇਵਲ ਚੰਦ ਇੱਕ ਉਦਾਹਰਨਾਂ ਦਿੰਦੇ ਹਨ ਤੇ ਬਾਕੀ ਕੇਵਲ ਅਨੁਮਾਨ ਲਾ ਕੇ ਹੀ ਇਹ ਕਹਿੰਦੇ ਹਨ ਕਿ ਉਹ ਜੋ ਅਣਗਿਣਤ ਤਾਰਾ ਮੰਡਲ ਆਕਾਸ਼ ਉੱਤੇ ਦਿਸ ਰਿਹਾ ਹੈ, ਇਹ ਸਭ ਜਾਂ ਧਰਤੀਆਂ ਹਨ ਸਾਡੀ ਧਰਤੀ ਦੀ ਨਿਆਈ, ਜਾਂ ਤਾਰੇ ਸਿਤਾਰੇ ਹਨ। ਇਹਨਾਂ ਵਿੱਚ ਕਈ ਸੂਰਜ ਵੀ ਹਨ ਅਤੇ ਚੰਦ ਵੀ ਹਨ। ਇਹ ਤਾਂ ਉਹਨਾਂ ਦਾ ਦੂਰਬੀਨ ਦੇ ਆਲੇ ਤੇ ਤੱਕ ਕੇ ਪ੍ਰੀਖਿਆ ਅਨੁਮਾਨ ਹੀ ਹੈ, ਪਰੰਤੂ ਸਾਡੇ ਦੂਰਬੀਨ ਭੂਤ ਭਵਿੱਖ ਭਵਾਨ ਕਲਾ ਦੇ ਗਿਆਨ ਪ੍ਰਬੀਨ ਸਤਿਗੁਰਾਂ ਨੇ ਜੋ ਕੋਟਾਨ ਕੋਟ ਸੂਰਜ ਚੰਦ ਤਾਰੇ ਦੱਸੇ ਹਨ, ਇਹ ਸਭ ਸੱਚੀਆਂ ਅੱਖੀਂ ਦੇਖੀਆਂ ਗੱਲਾਂ ਹਨ। ਨਾਮ ਜਪਤ ਕੋਟ ਸੂਰ ਉਜਿਆਰਾ ਦੀਆਂ। ਅੱਜ ਕਮਾਈਆਂ ਵਾਲੇ ਗੁਰਮੁਖਾਂ ਨੂੰ ਇਹ ਨਜ਼ਾਰੇ ਗੁਰੂ ਨਦਰਾਏ ਗੁਰ ਦਰਸਾਏ ਪ੍ਰਗਟ ਪਹਾਰੇ ਨਜ਼ਰੀ ਆਉਂਦੇ ਹਨ। ਫਿਲਸਫਾਦਾਨਾਂ ਨੇ ਸਾਰਾ ਜ਼ੋਰ ਮਾਰ ਕੇ ਰਾਜਸਤਾਮਸ ਸਾਤਕ ਤਿੰਨ ਖਿਲਤਾਂ ਮਾਲੂਮ ਕੀਤੀਆਂ ਹਨ। ਗੁਰੂ ਗਮ ਅਤੇ ਗੁਰਗਮਤਾ ਵਾਲਾ ਗੁਰਮਤ ਗਿਆਨ ਸ੍ਰੀ ਸੁਖਮਨੀ ਸਾਹਿਬ ਵਿਖੇ ਦਰਸਾਇਆ ਹੋਇਆ ਸਾਫ਼ ਸਪਸ਼ਟਾਉਂਦਾ ਹੈ ਕਿ ਕਈ ਕੋਟ ਰਾਜਸਤਾਮਸ ਸਾਤਕ ਖਿਲਤਾਂ ਹਨ। ਜ਼ਮਾਨਾ ਸਲਫ ਤੇ ਜ਼ਮਾਨਾ ਹਾਲ ਦੇ ਵੇਦਾਚਾਰੀ ਸ਼ਾਸਤਰਕਾਰੀ ਪੁਰਾਣ ਸਿਮਰਤਾਚਾਰੀ ਇਹ ਦੱਸਦੇ ਆਏ ਹਨ ਅਤੇ ਦੱਸ ਰਹੇ ਹਨ ਕਿ 4 ਵੇਦ 18 ਪੁਰਾਣ ਅਤੇ ਚੰਦ ਹੀ ਸਿਮਰਤੀਆਂ ਉਪਨਿਸ਼ਦਾਂ ਹਨ, ਪਰੰਤੂ ਸਾਡੇ ਧੁਰ ਧੁਰੰਦਰੀ ਗਿਆਨ ਗਮਤਾ ਵਾਲੇ ਸਤਿਗੁਰਾਂ ਨੇ ਸੱਚ ਹੀ ਸੱਚ ਨਿਰਣਿਤ ਕੀਤਾ ਹੈ ਕਿ ਕਈ ਕੋਟ ਵੇਦ ਪੁਰਾਣ ਸਿਮਰਿਤ ਅਰਸਾਸਤ ਹਨ। ਦੁਨੀਆ ਦੀ ਭਾਲ ਕਰਨ ਵਾਲੇ ਦਾਨਿਆਂ ਨੇ ਸਿਰਫ ਗਿਣਤੀ ਦੇ ਸਮੁੰਦਰ ਹੀ ਗਿਣੇ ਹਨ ਅਤੇ ਭਾਰਤ ਦੇ ਹੋ ਚੁੱਕੇ ਉੱਗੇ ਸਿਆਣਿਆਂ ਨੇ 14 ਰਤਨ ਹੀ ਗਿਣੇ ਹਨ। ਪਰ ਸਾਡੇ ਸੁਰਤ ਅਗੰਮੀ ਪਰਮ ਦਾਨੇ ਬੀਨੇ ਦਿਵ ਦ੍ਰਿਸ਼ਟੀ ਨੇ ਸਤਿਗੁਰਾਂ ਨੇ ਦੱਸਿਆ ਹੈ ਕਿ ਸਿਰਜਣਹਾਰ ਕਰਤਾਰ ਦੀ ਅਪਾਰ ਰਚਨਾ ਵਿੱਚ ਕਈ ਕੋਟ ਕੀਏ ਰਤਨ ਸਮੁੰਦ ਹਨ। ਜਿੱਥੇ 184 ਜੋਨੀ ਦਾ ਹੀ ਹੁਣ ਤਾਈਂ ਅਨੁਮਾਨੀ ਸਬੂਤ ਮਿਲਿਆ ਹੈ, ਤਿੱਥੇ ਕਈ ਕੋਟ ਨਾਨਾ ਪ੍ਰਕਾਰ ਜੰਤ ਦਾ ਗੁਪਤ ਭੇਦ ਸਾਡੇ ਸਤਿਗੁਰਾਂ ਨੇ ਖੋਲ੍ਹਿਆ ਹੈ। ਕਈ ਕਰੋੜ ਚਿਰਜੀਵੀਆਂ ਤੇ ਕਈ ਕਰੋੜ ਗਿਰੀ ਮੇਰ ਸਵਰਨ ਥੀਵੀਆਂ ਦੀ ਗੁਪਤ ਰਚਨਾ ਸਾਡੇ ਸਤਿਗੁਰਾਂ ਦੇ ਗਿਆਨ ਡਿਸਕਵਰੀ ਖੋਜ ਵਿੱਚ ਆਈ ਹੈ। ਆਮ ਲੋਕ ਭੂਤ ਪ੍ਰੇਤ ਜਖ ਕਿਨਰ ਤੇ ਪਿਸ਼ਾਚਾਂ ਦੇ ਵਜੂਦ ਨੂੰ ਉੱਕਾ ਹੀ ਨਹੀਂ ਮੰਨਦੇ, ਪਰ ਸਤਿਗੁਰੂ ਦ੍ਰਿੜਾਇਆ ਗੁਰਮਤ ਗਿਆਨ ਇਸ ਗੱਲ ਨੂੰ ਨਿਸ਼ਚੇ ਕਰਕੇ ਦ੍ਰਿੜ ਕਰਾਉਂਦਾ ਹੈ ਕਿ ਇਹ ਵੀ ਜੂਨੀਆਂ ਹਨ।
ਕਈ ਕੋਟ ਜਖ ਹੈ ਕਿੰਨਰ ਪਿਸ਼ਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸੁਖਮਨੀ ਸਾਹਿਬ। ਇਸ ਵਾਕ ਵਿੱਚ ਸੂਰਾਂ ਤੇ ਮ੍ਰਿਗਾਂ ਦੀ ਸ਼੍ਰੇਣੀ ਵਿੱਚ ਹੀ ਨਾਲ ਗਿਣਵੀਂ ਗਿਣਤੀ ਭੂਤ ਪ੍ਰੇਤ ਆਦਿ ਜੂਨੀਆਂ ਦੀ ਵੀ ਕਰ ਦਿੱਤੀ ਹੈ ਤੇ ਸਾਬਤ ਕੀਤਾ ਹੈ ਕਿ ਜਿਵੇਂ ਮਿਰਗਾਂ ਦੀ ਜੂਨੀ ਦੀ ਹੋਂਦ ਹੈ, ਤਿਵੇਂ ਹੀ ਭੂਤਾਂ ਪ੍ਰੇਤਾਂ ਆਦਿ ਦੀ ਜੂਨੀ ਹੈ। ਮੁਸਲਮਾਨੀ ਹਦੀਸਾਂ ਨੇ ਆਕਾਸ਼ ਪਤਾਲ ਦੇ ਚੰਦ ਇੱਕ ਗਿਣਵੇਂ ਮਿਣਵੇਂ ਤਬਕੇ ਹੀ ਦੱਸੇ, ਪਰ ਧੁਰੋਂ ਆਈ ਅਮੀਕ ਗਿਆਨ ਗਮਤਾ ਵਾਲੀ ਗੁਰਬਾਣੀ ਨੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਦੇ ਗੁਰ ਗਿਆਨ ਦੇ ਭੇਦ ਦਾ ਇੰਕਸ਼ਾਫ ਕੀਤਾ ਤੇ ਇਹਨਾਂ ਲੱਖਾਂ ਪਤਾਲਾਂ ਵਿੱਚ ਕਈ ਕੋਟ ਪਤਾਲ ਕੇ ਵਾਸੀ ਦੇ ਵਾਕ ਅਨੁਸਾਰ ਉੱਥੇ ਕਰੋੜਾਂ ਹੀ ਰਹਿਣ ਵਾਲੇ ਵੀ ਜਣਾਏ। ਨਰਕ ਸੁਰਗ ਤੋਂ ਮੁਨਕਰ ਲੋਕਾਂ ਨੂੰ ਨਾ ਸਿਰਫ ਅਣਗਿਣਤ ਨਰਕ ਸੁਰਗ ਕਰਤੇ ਦੀ ਕਾਇਨਾਤ ਅੰਦਰ ਰਚੇ ਹੋਏ ਸਿੱਧ ਕੀਤੇ, ਸਗੋਂ ਇਹਨਾਂ ਨਰਕਾਂ ਸੁਰਗਾਂ ਵਿੱਚ ਕਈ ਕੋਟ ਨਰਕ ਸੁਰਗ ਨਿਵਾਸੀ ਵੀ ਦ੍ਰਿਸ਼ਟ ਆਏ। ਬੜੇ ਬੜੇ ਸਿਆਣਿਆਂ ਨੇ 4 ਖਾਣੀਆਂ ਤੇ ਗਿਣਤੀ ਦੇ ਖੰਡ ਹੀ ਦੱਸੇ ਹਨ, ਪਰ ਸਤਿਗੁਰੂ ਸਾਹਿਬਾਨ ਨੇ ਨਾ ਸਿਰਫ ਕਈ ਕੋਟ ਖਾਣੀ ਅਰ ਖੰਡ ਹੀ ਸਿੱਧ ਕੀਤੇ, ਬਲਕਿ ਕਈ ਕੋਟ ਆਕਾਸ਼ ਬ੍ਰਹਿਮੰਡ ਵੀ ਸਿੱਧ ਕੀਤੇ। ਸੋ ਗੁਰਸਿੱਖਾਂ ਨੂੰ ਸੱਚਾ ਭਰੋਸਾ ਤੇ ਈਮਾਨ ਲਿਆਉਣਾ ਚਾਹੀਦਾ ਹੈ ਕਿ ਅਕਾਲ ਪੁਰਖ ਦੇ ਵਿਰਾਟ ਰੂਪ ਵਿੱਚ ਨਾਨਾ ਪ੍ਰਕਾਰੀ ਅਦ੍ਰਿਸ਼ਟ ਰਚਨਾਵਾਂ ਦੀਆਂ ਹਸਤੀਆਂ ਹਨ, ਜਿਨ੍ਹਾਂ ਦੀ ਹੋਂਦ ਤੋਂ ਸਿਰ ਫੇਰਨਾ ਗੁਰਦਰਸਾਈ ਤਤ ਸਚਾਈ ਤੋਂ ਮੁਨਹਰਫ ਹੋਣਾ ਹੈ, ਜੋ ਪਰਲੇ ਦਰਜੇ ਦੀ ਮਨਮੁਖਤਾ ਹੈ। ਨਾਮ ਦੀ ਖੇਪ ਲੱਦ ਕੇ ਗੁਰਸਿੱਖਾਂ ਸੰਤਾਂ ਭਗਤਾਂ ਦੀ ਸੰਗਤ ਸੰਗ ਮਿਲ ਕੇ ਤੇ ਸਦਾ ਮਿਲੇ ਰਹਿਣ ਕਰਕੇ ਜੀਵਨ ਧਨਤਾ ਯੋਗ ਹੋ ਜਾਂਦਾ ਹੈ ਤੇ ਵਿਖਿਆ ਜੰਜਾਲ ਤੋਂ ਛੁਟਕਾਰਾ ਪਾ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਮੁਖ ਉਜਲਾ ਹੁੰਦਾ ਹੈ। ਯਥਾ ਗੁਰਵਾਕ ਲਾਦ ਖੇਪ ਸੰਤਾਂ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਾਹ ਸੋਏ। ਸੁਖਮਨੀ ਸਾਹਿਬ। ਇਹ ਗੁਰੂ ਨਾਨਕ ਦਾ ਘਰ ਹੀ ਹੈ ਜੋ ਸਿੱਖ ਦਾ ਹਲਤ ਪਲਤ ਸਵਾਰਨ ਨੂੰ ਸਮਰੱਥ ਹੈ। ਇਸ ਧੁਰੋਂ ਨਿਵਾਜੇ ਘਰ ਅੰਦਰ ਅਵਤਰੇ ਸਤਿਗੁਰੂ ਹੀ ਸੱਚੇ ਸਤਿਗੁਰੂ ਹਨ। ਗੁਰੂ ਘਰ ਦੀ ਪ੍ਰਚਲਿਤ ਧੁਰ ਧੁਰੰਦਰੀ ਮਰਿਆਦਾ ਅਨੁਸਾਰ ਅੱਜ ਦੇ ਸਮੇਂ ਅੰਮ੍ਰਿਤ ਛਕਣ ਸਮੇਂ ਹੀ ਸਤਿਗੁਰੂ ਧਾਰਨ ਕੀਤਾ ਜਾਂਦਾ ਹੈ ਤੇ ਨਿਗੁਰਿਓਂ ਸਗੁਰੇ ਬਣਿਆ ਜਾਂਦਾ ਹੈ। ਅੰਮ੍ਰਿਤ ਪ੍ਰਚਾਰ ਸਮੇਂ 5 ਪਿਆਰਿਆਂ ਦੇ ਸਰੂਪ ਵਿੱਚ ਸਤਿਗੁਰੂ ਨਾਨਕ ਦਸ਼ਮੇਸ਼ ਜੀ ਪ੍ਰਤੱਖ ਹਾਜ਼ਰ ਹੁੰਦੇ ਹਨ। ਵਡਭਾਗਿਆਂ ਜਗਿਆਸੂਆਂ ਨੂੰ ਪ੍ਰਤੱਖ ਦਰਸ਼ਨ ਹੋ ਜਾਂਦੇ ਹਨ ਅਤੇ ਸਤਿਗੁਰੂ ਭੇਟਣ ਦਾ ਅਦਭੁਤ ਕ੍ਰਿਸ਼ਮਾ ਪ੍ਰਗਟ ਹੁੰਦਾ ਹੈ। ਸਤਿਗੁਰੂ ਦੇ ਜੋਤ ਪ੍ਰਜਵਲਤੀ ਚਰਨ ਕਮਲ ਪਰਸਨ ਦਾ ਇਹ ਅਤਿਅੰਤ ਸ਼ੁਭ ਅਵਸਰ ਹੁੰਦਾ ਹੈ। ਸੱਚਖੰਡ ਦਰਸ਼ਨੀ ਦਰਸ਼ਨ, ਸਤਿਗੁਰੂ ਦਾ ਜੋਤ ਜਲਵਾਨੀ ਦਿਦਾਰਾ, ਸਤਿਗੁਰੂ ਦੀ ਦਿਵ ਜੋਤੀ ਸਮੂਰਤ ਦਾ ਅਪਰ ਅਪਾਰਾ ਹੁੰਦਾ ਹੈ। ਕਿਸੇ ਦੇਹਧਾਰੀ ਪਖੰਡੀ ਗੁਰੂ ਦਾ ਇਹ ਨਾਪਾਕ ਦਾਵਾ ਕਿ ਦੇਹਧਾਰੀ ਗੁਰੂ ਧਾਰੇ ਬਿਨਾ ਸਿੱਖ ਦੀ ਗਤੀ ਨਹੀਂ ਹੁੰਦੀ, ਐਵੇਂ ਰਸਮ ਪੂਰਤੀ ਹੀ ਹੈ, ਗਤੀ ਕੀ ਹੋਣੀ ਸੀ। ਨਿਗੁਰੇ ਗੁਰੂ ਕਿਸੇ ਦੀ ਕੀ ਗਤੀ ਕਰ ਸਕਦੇ ਹਨ। ਗੁਰਮਤਿ ਅੰਮ੍ਰਿਤ ਸੰਚਾਰਨੀ ਸੱਚੀ ਤਤ ਮਰਿਆਦਾ ਅਨੁਸਾਰ ਹੀ ਗੁਰੂ ਧਾਰਿਆ ਜਾ ਸਕਦਾ ਹੈ। ਇਸ ਵਿਧ ਹੀ ਸਤਿਗੁਰੂ ਸਿੱਖਾਂ ਦਾ ਹਲਤ ਪਲਤ ਸਵਾਰਦਾ ਹੈ, ਆਪਣੇ ਜੀ ਨਾਲ ਸੰਭਾਲਦਾ ਹੈ ਅਤੇ ਸਫਲ ਦਰਸ਼ਨ ਦੇ ਕੇ ਸਿੱਖਾਂ ਨੂੰ ਪੁਨੀਤ ਕਰਦਾ ਹੈ। ਗੁਰੂ ਦੇ ਚਰਨ ਪਰਸਨ ਦੀ ਨਿਰਮਲ ਰੀਤ ਹੀ ਇਸ ਗੁਰਮਤਿ ਅੰਮ੍ਰਿਤ ਸੰਚਾਰਨੀ ਮਰਿਆਦਾ ਅੰਦਰ ਉਦੀਪਤ ਪ੍ਰਗਟ ਹੋ ਜਾਂਦੀ ਹੈ। ਅਜਿਹੇ ਚਰਨ ਕਮਲ ਪਰਸਨ ਹਾਰਿਆਂ ਗੁਰ ਸਨਮੁਖ ਦੀਦਾਰ ਦੀਦਾਰੀਆਂ ਦਾ ਸੰਗ ਕਰ ਹੀ ਰਾਮ ਗੁਣ ਰਵਨ ਹੁੰਦੇ ਹਨ ਅਤੇ ਪਾਰ ਬ੍ਰਹਮ ਦੀ ਦਰਗਾਹ ਗਵਨ ਹੁੰਦਾ ਹੈ। ਯਥਾ ਗੁਰਵਾਕ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਦ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ। ਸੁਖਮਨੀ ਸਾਹਿਬ। ਨਿਧਾਨਾ ਸਿਰ ਨਿਧਾਨ ਗੁਰਮਤਿ ਨਾਮ ਹੈ, ਜਿਸ ਦੇ ਜਪਣ ਕਰਕੇ ਦਰਗਾਹ ਵਿੱਚ ਪ੍ਰਵਾਨ ਹੋਈਦਾ ਹੈ। ਗੁਰੂ ਨਾਨਕ ਸਾਹਿਬ ਸਾਖਾ ਭਰਦੇ ਹਨ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹ ਪਰਵਾਨ। ਸੁਖਮਨੀ ਸਾਹਿਬ। ਨਾਮ ਨਿਧਾਨ ਰੂਪੀ ਪੂੰਜੀ ਸੰਚਨ ਕੀਤਿਆਂ ਹੀ ਦਰਗਾਹ ਵਾਲੀ ਸੱਚੀ ਖੇਪ ਲੱਦੀ ਦੀ ਹੈ, ਜਿਸ ਕਰਕੇ ਇਸ ਦੁਨੀਆ ਵਿੱਚ ਸੱਚਾ ਸੁਖ ਮਿਲਦਾ ਹੈ ਅਤੇ ਅੱਗੇ ਸੱਚੀ ਦਰਗਾਹ ਅੰਦਰ ਜੈ ਜੈਕਾਰ ਹੁੰਦੀ ਹੈ।
हर पूंजी संच करो ब्यवहार, इहां सुख दरगाह जयकार। सुखमनी साहिब। गुरमत नाम जो सब मैं रव रहा है, कमाई करके अंदर उरधारियां हलत पलत दोवें सौर जाते हैं। हलत पलत दोए लेह सवार, राम नाम अंतर उरधार। सुखमनी साहिब। गुरु नानक दे घर दा दड़ाया, गुरमत नाम ध्याया, कमाया हलत पलत अंदर छुटकारा हुंदा है। जन नानक नाम ध्याए तू, हर हलत पलत छोड़ाए सी। गौड़ी की वार। श्लोक महला चौथा। जो दरगाह विच मुख उजले लैके जाण हारे ते शोभा पाउण हारे ਹਨ, तिन्हां ਗੁਰਸਿੱਖਾਂ ਦੀ ਧੂੜ ਮੰਗਣ ਦੀ ਉਤਕੰਠਾ ਇਸ ਵਾਕ ਵਿੱਚ ਅੰਕਿਤ ਕੀਤੀ ਗਈ ਹੈ। ਹਰ ਦਰਗਾਹ ਤੇ ਮੁਖ ਉਜਲੇ, ਬਹੁ ਸ਼ੋਭਾ ਪਾਈ, ਜਨ ਨਾਨਕ ਮੰਗੈ ਧੂੜ ਤਿਨ, ਜੋ ਗੁਰ ਕੇ ਸਿੱਖ ਮੇਰੇ ਭਾਈ। ਗੌੜੀ ਕੀ ਵਾਰ ਮਹਲਾ ਚੌਥਾ। ਜਿਨ੍ਹਾਂ ਨੂੰ ਜੋਤ ਪ੍ਰਕਾਸ਼ੀ ਹਿਰਦੇ ਅੰਦਰ ਦਰਸ਼ਨ ਹੋਏ ਹਨ, ਤਿਨਾਂ ਨੂੰ ਦਰਗਾਹ ਅੰਦਰ ਸਤਿਗੁਰੂ ਨਾਨਕ ਆਪ ਛੁਡਾਏ ਲੈਂਦੇ ਹਨ। ਨਾਨਕ ਦਰਸ਼ਨ ਜਿਨ੍ਹਾਂ ਵਿਖਾਲਿਓਨ, ਤਿਨਾਂ ਦਰਗਾਹ ਲਏ ਛਡਾਏ। ਵਾਰ ਗੌੜੀ। ਸ਼ਲੋਕ ਮਹਲਾ ਤੀਜਾ। ਜਿਨ੍ਹਾਂ ਦੇ ਨਾਮ ਧਨ ਪੱਲੇ ਹੈ, ਉਹ ਸਲਾਉਣ ਯੋਗ ਹਨ। ਨਾਮ ਜਪਣ ਹਾਰਿਆਂ ਦਾ ਇਹ ਲੋਕ ਸੁਹੇਲਾ ਹੋ ਜਾਂਦਾ ਹੈ, ਤੇ ਅਗਲਾ ਲੋਕ ਵੀ ਨਾਮ ਦੇ ਪ੍ਰਤਾਪ ਕਰ ਨਾਲ ਹੀ ਸੁਹੇਲਾ ਹੋ ਜਾਂਦਾ ਹੈ। ਇਸ ਤਰ੍ਹਾਂ ਸੱਚ ਧਰਮ ਦਾ ਐਲ ਥੰਮਾਂ ਵਾਲਾ ਅਟੱਲ ਘਰ ਦਰਗਾਹ ਅੰਦਰ ਨਿਹਚਲ ਨੀਮ ਵਾਲਾ ਬੰਨਿਆ ਜਾਂਦਾ ਹੈ। ਨਾਮ ਨਾਰਾਇਣੀ ਇਹ ਅਬਚਲੀ ਓਟ ਦੀਨ ਦੁਨੀਆ ਵਿੱਚ ਅਸਥਿਰ ਰਹਿਣ ਵਾਲੀ ਹੈ। ਜਿਨ੍ਹਾਂ ਨੇ ਵਾਹਿਗੁਰੂ ਨਾਮ ਦੇ ਚਰਨ ਗਹਿ ਕਰਕੇ ਪਕੜੇ ਹਨ, ਉਹ ਹਰ ਦਰਗਾਹ ਅੰਦਰ ਵੀ ਚਰਨ ਮੱਲੀ ਰੱਖਦੇ ਹਨ। ਵਾਹਿਗੁਰੂ ਚਰਨ ਛੱਡਦੇ ਨਹੀਂ। ਯਥਾ ਗੁਰਵਾਕ। ਤਿਸੈ ਸਰੇਵੋ ਪ੍ਰਾਣੀਓ, ਜਿਸ ਦਾ ਨਾਉ ਪੱਲੈ, ਐਥੈ ਰਹੋ ਸੁਹੇਲਿਆ, ਅੱਗੇ ਨਾਲ ਚੱਲੈ। ਘਰ ਬੰਦੋ ਸੱਚ ਧਰਮ ਕਾ, ਗੱਡ ਥੰਮ ਅਹੱਲੈ। ਓਟ ਲੈ ਹੋ ਨਾਰਾਇਣੈ, ਦੀਨ ਦੁਨੀਆ ਝੱਲੈ। ਨਾਨਕ ਪਕੜੇ ਚਰਨ ਹਰ, ਤਿਸ ਦਰਗਾਹ ਮੱਲੈ। ਗੌੜੀ ਕੀ ਵਾਰ ਮਹਲਾ ਪੰਜਵਾਂ। ਸਤਿਗੁਰੂ ਨਾਨਕ ਸਭ ਤੋਂ ਵੱਡਾ ਹੈ। ਨਾਨਕ ਕਾ ਸਾਹਿਬ ਵੀ ਸਭ ਤੋਂ ਵੱਡਾ ਹੈ। ਵੱਡੇ ਦੀ ਵੱਡੀ ਵਡਿਆਈ ਇਹ ਹੈ ਕਿ ਉਹ ਆਪਣੇ ਸਿੱਖਾਂ ਸੇਵਕਾਂ ਨੂੰ ਸੱਚੀ ਵਡਿਆਈ ਦਿੰਦਾ ਹੈ। ਉਹ ਆਪ ਵੱਡਾ ਹੈ ਤੇ ਉਸ ਦਾ ਦਰਬਾਰ ਵੀ ਵੱਡਾ ਹੈ। ਆਪਣੇ ਸੱਚੇ ਤੇ ਵੱਡੇ ਦਰਬਾਰ ਵਿੱਚ ਪੁੱਗ ਖਲੋਤੇ ਸਿੱਖਾਂ ਸੇਵਕਾਂ ਨੂੰ ਵਡੀਰਦਾ ਹੈ। ਵੱਡੇ ਵਾਹਿਗੁਰੂ ਦੇ ਪਠਾਏ ਸਭ ਤੋਂ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੀ ਵੱਡੀ ਵਡਿਆਈ ਵਿਖਿਆਤ ਹੈ ਕਿ ਉਹ ਸੱਚਾ ਕਰਨਹਾਰ ਪ੍ਰੇਤ ਸੁਭਾਅ ਵਾਲੇ ਮਨੁੱਖਾਂ ਨੂੰ ਦੇਵਤੇ ਬਣਾ ਦਿੰਦਾ ਹੈ। ਸਿੱਖ ਸਜਾ ਕੇ ਸੱਚੇ ਦੇਵਤੇ ਬਣਾਉਂਦਾ ਹੈ। ਸਾਰੇ ਸੱਚੇ ਸਿੱਖਾਂ ਨੂੰ ਉਬਾਰ ਲੈਂਦਾ ਹੈ ਤੇ ਉਹਨਾਂ ਦੇ ਸਾਰੇ ਹੀ ਕਾਰਜ ਸੰਵਾਰ ਦਿੰਦਾ ਹੈ। ਜੋ ਗੁਰੂ ਘਰ ਦੀ ਤੇ ਗੁਰੂ ਕੇ ਸਿੱਖਾਂ ਦੀ ਨਿੰਦਾ ਕਰਦੇ ਹਨ, ਤਿਨਾਂ ਨੂੰ ਸੱਚੇ ਦਰਬਾਰ ਅਰਥਾਤ ਅਗਲੀ ਦਰਗਾਹ ਵਿੱਚ ਝੂਠੇ ਕਰਕੇ ਪਕੜ ਪਛਾੜਦਾ ਹੈ। ਐਸਾ ਸਤਿਗੁਰੂ ਸੱਚਾ ਪਾਤਸ਼ਾਹ ਹੈ, ਜੋ ਸੱਚੋ ਸੱਚ ਨਿਆਓ ਨਿਬੇੜਨ ਹਾਰਾ ਹੈ। ਉਸ ਸੱਚੀ ਦਰਗਾਹ ਵਿੱਚ ਸਭ ਸੱਚੋ ਸੱਚ ਹੀ ਨਿਬੜਦਾ ਹੈ। ਯਥਾ ਪ੍ਰੇਤੋਂ ਕੀਤਨ ਦੇਵਤਾ, ਤਿਨ ਕਰਣੈ ਹਾਰੇ। ਸਭੇ ਸਿੱਖ ਉਬਾਰਿਆਨ, ਪ੍ਰਭ ਕਾਜ ਸਵਾਰੇ। ਨਿੰਦਕ ਪਕੜ ਪਛਾੜਿਆਨ, ਝੂਠੇ ਦਰਬਾਰੇ। ਨਾਨਕ ਕਾ ਪ੍ਰਭ ਵੱਡਾ ਹੈ, ਆਪ ਸਾਜ ਸਵਾਰੇ। ਵਾਰ ਗੌੜੀ ਮਹਲਾ ਪੰਜਵਾਂ। ਜਿਸ ਜਨ ਉੱਪਰ ਵਾਹਿਗੁਰੂ ਦੀ ਐਸੀ ਕਿਰਪਾ ਨਦਰ ਮੇਰ ਪ੍ਰਸਾਦ ਹੋਵੇ ਕਿ ਉਹ ਨਾਮ ਦੇ ਪ੍ਰਤਾਪ ਕਰ ਐਸੀ ਨਿਮਰਤਾ ਧਾਰਨ ਕਰੇ ਤੇ ਐਸੀ ਤਤ ਉਪਰਾਮਤਾ ਵੈਰਾਗਮਈ ਦੁਨੀਆ ਅੰਦਰ ਰਹਿੰਦੇ ਹੋਏ ਆਪਣੇ ਜੀਵਨ ਤੇ ਵਰਤਾਵੇ ਕਿ ਉਹ ਆਪਣੇ ਆਪ ਨੂੰ ਹਰ ਨਿਮਖ ਸੰਸਾਰ ਤੇ ਪ੍ਰਾਹੁਣਾ ਆਇਆ ਹੀ ਜਾਣੇ, ਤਾਂ ਉਸ ਨੂੰ ਦਰਗਾਹ ਵਿੱਚ ਕੁਝ ਇੱਜ਼ਤ ਮਾਣ ਪ੍ਰਾਪਤ ਹੁੰਦਾ ਹੈ। ਗੁਰ ਪ੍ਰਸਾਦ ਜਾਣੈ ਮਹਿਮਾਨ, ਤਾਂ ਕਿਛ ਦਰਗਾਹ ਪਾਵੈ ਮਾਨ। ਆਸਾ ਮਹਲਾ ਪਹਿਲਾ। ਜਿਹੜੇ ਬੇਮੁਖ ਗੁਰੂ ਦੇ ਹੁਕਮਾਂ ਤੋਂ ਟੇਢੇ ਚੱਲਦੇ ਹਨ, ਉਹ ਗੁਰਮਤ ਮਾਰਗ ਤੇ ਨਾ ਚੱਲਣ ਕਰਕੇ ਧੁਰ ਟਿਕਾਣੇ ਨਹੀਂ ਪਹੁੰਚਦੇ। ਉਹਨਾਂ ਨੂੰ ਅਗਲੀ ਦਰਗਾਹ ਵਿੱਚ ਬੈਠਣ ਨੂੰ ਥਾਂ ਨਹੀਂ ਮਿਲਦੀ। ਉਹ ਐਵੇਂ ਭਟਕਦੇ ਫਿਰਦੇ ਹਨ। ਜਿਨ੍ਹਾਂ ਨੂੰ ਸਤਿਗੁਰੂ ਨੇ ਕਿਰਪਾ ਕਰਕੇ ਸਤਨਾਮ ਗੁਰਮੰਤਰ ਬਖਸ਼ਿਆ ਹੈ ਤੇ ਜਿਨ੍ਹਾਂ ਨੇ ਇਸ ਗੁਰਮੰਤਰ ਦਾ ਜਾਪ ਸਿਮਰਨ ਕੀਤਾ ਹੈ, ਉਹਨਾਂ ਨੂੰ ਹੀ ਸੱਚੀ ਦਰਗਾਹੇ ਬੈਠਣ ਲਈ ਥਾਂ ਮਿਲਦਾ ਹੈ।
ਵਾਟ ਨਾ ਪਾਵੋਂ ਵਿੰਗਾ ਜਾਉਂ, ਦਰਗਾਹ ਬੈਸਣ ਨਾਹੀ ਥਾਉ। ਜਾਂ ਤੂੰ ਦੇ ਜਪੀ ਤੇਰਾ ਨਾਉ, ਦਰਗਾਹ ਬੈਸਣ ਹੋਵੈ ਥਾਉ। ਆਸਾ ਮਹੱਲਾ ਪਹਿਲਾ। ਜਿਨ੍ਹਾਂ ਗੁਰਮੁਖਾਂ ਨੇ ਐਸਾ ਨਾਮ ਜਪਿਆ ਹੈ ਕਿ ਉਹਨਾਂ ਦਾ ਮਨ ਦਿਨ ਰਾਤ ਨਾਮ ਦੇ ਰੰਗਾਂ ਵਿੱਚ ਰੱਤਾ ਹੀ ਰਹਿੰਦਾ ਹੈ, ਤੇ ਜਿਨ੍ਹਾਂ ਨੇ ਇਸ ਮਨ ਰੰਗ ਰੱਤੀ ਦਸ਼ਾ ਵਿੱਚ ਸਾਰੀ ਉਮਰ ਤੋੜ ਨਿਭਾਈ ਹੈ, ਤਿਨਾਂ ਦਾ ਜਨਮ ਮਰਨ ਦਾ ਦੁੱਖ ਸਾਰਾ ਹੀ ਦੂਰ ਹੋ ਜਾਂਦਾ ਹੈ, ਤੇ ਉਹ ਸਹਿਜ ਸੁਭਾਅ ਹੀ ਵਾਹਿਗੁਰੂ ਦੀ ਦਰਗਾਹੇ ਜਾ ਮਿਲਦੇ ਹਨ। ਜੋ ਮਨ ਰਾਤੇ ਹਰ ਰੰਗ ਲਾਏ, ਤਿਨ ਕਾ ਜਨਮ ਮਰਨ ਦੁੱਖ ਲਾਥਾ, ਤੇ ਹਰ ਦਰਗਾਹ ਮਿਲੇ ਸੁਭਾਏ। ਰਹਾਓ। ਆਸਾ ਮਹੱਲਾ ਤੀਜਾ। ਜਾਤ ਅਤੇ ਰੂਪ ਦਾ ਅਭਿਮਾਨ ਫਜ਼ੂਲ ਹੈ। ਜਾਤ ਰੂਪ ਕਰਕੇ ਕੋਈ ਵਡਿਆਈ ਨਹੀਂ ਪਾਉਂਦਾ। ਇਸ ਦੁਨੀਆ ਵਿੱਚ ਭਾਵੇਂ 4 ਦਿਨ ਦੀ ਸ਼ੋਭਾ ਮਿਲ ਜਾਂਦੀ ਹੋਵੇ, ਇਹ ਵੀ ਜਾਂਦੀ ਬਿਲਮ ਨਹੀਂ ਲਾਉਂਦੀ। ਅੱਗੇ ਵਾਹਿਗੁਰੂ ਦੀ ਦਰਗਾਹ ਵਿੱਚ ਤਾਂ ਜਾਤ ਤੇ ਰੂਪ ਦੀ ਕੁਝ ਚਲਦੀ ਹੀ ਨਹੀਂ। ਜਿਹੇ ਕੋਈ ਕਰਮ ਇੱਥੇ ਕਮਾਉਂਦਾ ਹੈ, ਤੇਹੇ ਫਲ ਅੱਗੇ ਜਾ ਕੇ ਪਾਉਂਦਾ ਹੈ। ਜੈਸੇ ਕਰਮ ਇੱਥੇ ਕਮਾਉਂਦਾ ਹੈ, ਤਿਹੋ ਜਿਹਾ ਅੱਗੇ ਜਾ ਕੇ ਹੁੰਦਾ ਹੈ। ਪਰ ਗੁਰ ਸ਼ਬਦ ਜਾਪ ਰੂਪੀ ਕਰਮ ਅਰਥਾਤ ਨਾਮ ਦਾ ਜਾਪ ਸਿਮਰਨ ਸਭ ਕਰਮਾਂ ਤੋਂ ਉੱਚਾ ਸੁੱਚਾ ਕਰਮ ਹੈ। ਇਸ ਕਰਕੇ ਜੋ ਜਨ ਗੁਰ ਸ਼ਬਦ ਰੂਪੀ ਜਪ ਕਰਨ ਦੀ ਉੱਚੀ ਸੁੱਚੀ ਕਮਾਈ ਕਰਦਾ ਹੈ, ਸੋ ਜਨ ਅੱਗੇ ਜਾ ਕੇ ਵੀ ਉੱਚੋਂ ਉੱਚਾ ਹੁੰਦਾ ਹੈ, ਅਤੇ ਉੱਚੀ ਹੀ ਉੱਚੀ ਥਾਂ ਮਰਤਬਾ ਅਗਲੀ ਦਰਗਾਹੇ ਪਾਉਂਦਾ ਹੈ, ਤੇ ਸੱਚੇ ਦੇ ਸੱਚ ਸਰੂਪ ਵਿੱਚ ਹੀ ਸਮਾ ਜਾਂਦਾ ਹੈ। ਯਥਾ ਗੁਰਵਾਕ। ਆਗੇ ਜਾਤ ਰੂਪ ਨਾ ਜਾਏ, ਤੇਹਾ ਹੋਵੈ ਜਿਹੇ ਕਰਮ ਕਮਾਏ। ਸ਼ਬਦੇ ਉੱਚੋ ਉੱਚਾ ਹੋਏ, ਨਾਨਕ ਸਾਚ ਸਮਾਵੈ ਸੋਏ। ਆਸਾ ਮਹੱਲਾ ਤੀਜਾ। ਇਸ ਦੁਨੀਆ ਵਿੱਚ ਜਿਨ੍ਹਾਂ ਗੱਲਾਂ ਵਿੱਚ ਪ੍ਰਾਣੀ ਖਪ ਖਪ ਮਰਦਾ ਹੈ, ਉਹ ਸਭ ਇੱਥੇ ਦੀਆਂ ਇੱਥੇ ਹੀ ਰਹਿ ਜਾਣੀਆਂ ਹਨ। ਅੱਗੇ ਤਿਲ ਮਾਤਰ ਵੀ ਕੰਮ ਨਹੀਂ ਆਉਣੀਆਂ। ਰਾਜ ਮਿਲਖ ਜੋਬਨ ਘਰ ਬਾਰ ਸ਼ੋਭਾ ਰੂਪ ਤੇ ਜਵਾਨੀ, ਬਹੁਤਾ ਧਨ ਹਾਥੀ ਘੋੜੇ ਤੇ ਲੱਖਾਂ ਦੀ ਕੀਮਤ ਦੇ ਲਾਲ, ਇਹ ਸਭ ਗੁਣ ਪਦਾਰਥ ਅੱਗੇ ਦਰਗਾਹ ਵਿੱਚ ਕੰਮ ਨਹੀਂ ਆਉਂਦੇ। ਇਹਨਾਂ ਚੀਜ਼ਾਂ ਦੇ ਵਿਹਾਜਣ ਹਾਰੇ ਇਹ ਸਭ ਕੁਝ ਇੱਥੇ ਹੀ ਛੱਡ ਕੇ ਚਲੇ ਜਾਂਦੇ ਹਨ। ਤਾਂ ਤੇ ਜਿਨ੍ਹਾਂ ਪਦਾਰਥਾਂ ਨੇ ਇੱਥੇ ਹੀ ਧਰੇ ਰਹਿਣਾ ਹੈ ਤੇ ਨਾਲ ਨਹੀਂ ਚੱਲਣਾ, ਉਹਨਾਂ ਵਿੱਚ ਖਚਤ ਹੋਣਾ ਤੇ ਉਹਨਾਂ ਨੂੰ ਵਿਹਾਜਣਾ ਬਿਰਥਾ ਤੇ ਅਕਾਰਤ ਹੈ। ਅੱਗੇ ਨਾਲ ਚੱਲਣ ਤੇ ਨਿਭਣ ਵਾਲੀ ਵਸਤੂ ਇੱਕੋ ਨਾਮ ਪਦਾਰਥ ਹੀ ਹੈ। ਇਸ ਲਈ ਇੱਕੋ ਨਾਮ ਪਦਾਰਥ ਤੋਂ ਬਿਨਾਂ ਹੋਰ ਮਾਇਕ ਪਦਾਰਥਾਂ ਵਿੱਚ ਉੱਕਾ ਹੀ ਚਿੱਤ ਨਹੀਂ ਲਾਉਣਾ ਚਾਹੀਦਾ। ਬਸ ਉੱਠਤ ਬੈਠਤ ਸੋਵਤ ਜਾਗਤ ਸਦਾ ਇੱਕੋ ਨਾਮ ਧਿਆਉਣਾ ਹੀ ਇਸ ਮਨੁੱਖਾ ਜੀਵਨ ਦਾ ਮੁੱਖ ਉਦੇਸ਼ ਹੈ, ਕਿਉਂਕਿ ਇਸੇ ਨਾਮ ਨੇ ਅਗਲੀ ਦਰਗਾਹ ਵਿੱਚ ਸਹਾਈ ਹੋਣਾ ਹੈ। ਰਾਜ ਮਿਲਕ ਜੋਬਨ ਗ੍ਰਹਿ ਸ਼ੋਭਾ, ਰੂਪਵੰਤ ਜਵਾਨੀ, ਬਹੁਤ ਦਰਬ ਹਸਤੀ ਅਰ ਘੋੜੇ, ਲਾਲ ਲਾਖ ਬੈ ਆਨੀ। ਆਗੈ ਦਰਗਹ ਕਾਮ ਨਾ ਆਵੈ, ਛੋੜ ਚਲੈ ਅਭਿਮਾਨੀ। ਕਾਹੇ ਏਕ ਬਿਨਾ ਚਿਤ ਲਾਈਐ, ਊਠਤ ਬੈਠਤ ਸੋਵਤ ਜਾਗਤ, ਸਦਾ ਸਦਾ ਹਰ ਧਿਆਈਐ। ਰਹਾਓ। ਆਸਾ ਘਰ ਤੀਜਾ ਮਹੱਲਾ ਪੰਜਵਾਂ। ਅਗਲੇ ਗੁਰਪ੍ਰਮਾਣ ਵਿੱਚ ਨਿੰਦਕ ਦੀ ਗਤ ਦੱਸੀ ਗਈ ਹੈ ਕਿ ਅਗਲੀ ਦਰਗਾਹ ਵਿੱਚ ਨਿੰਦਕ ਦਾ ਕੀ ਹਾਲ ਹੁੰਦਾ ਹੈ। ਜੋ ਕੁਝ ਇਸ ਵਾਕ ਵਿੱਚ ਦੱਸਿਆ ਗਿਆ ਹੈ, ਇਹ ਵਰਤਾਰਾ ਸੱਚਮੁੱਚ ਦਰਗਾਹ ਵਿੱਚ ਵਰਤਦਾ ਹੈ। ਇਸ ਵਿੱਚ ਰਤਾ ਸੰਦੇਹ ਨਾ ਕਰੋ। ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ। ਇਹਾਂ ਸੁਖ ਨਹੀਂ ਦਰਗਾਹ ਢੋਈ, ਜੰਪੁਰ ਜਾਏ ਪਚਾਵੈ। ਨਿੰਦਕ ਅਹਿਲਾ ਜਨਮ ਗਵਾਇਆ, ਪਹੁੰਚ ਨ ਸਾਕੈ ਕਾਹੂ ਬਾਤੈ। ਆਗੈ ਠੌਰ ਨ ਪਾਇਆ। ਰਹਾਉ। ਕਿਰਤ ਪਿਆ ਨਿੰਦਕ ਬਪੁਰੇ ਕਾ, ਕਿਆ ਉਹ ਕਰੈ ਵਿਚਾਰਾ। ਤਹਾਂ ਬਿਗੂਤਾ ਜਹ ਕੋਏ ਨ ਰਾਖੈ, ਉਹ ਕਿਸ ਪਹਿ ਕਰੇ ਪੁਕਾਰਾ। ਆਸਾ ਮਹੱਲਾ ਪੰਜਵਾਂ। ਇਸ ਗੁਰਵਾਕ ਦਾ ਮੋਟਾ ਭਾਵ ਇਹ ਹੈ ਕਿ ਨਿੰਦਾ ਕਰਕੇ ਨਿੰਦਕ ਪਰਾਈ ਮੈਲ ਹੀ ਧੋਂਦਾ ਹੈ। ਜਿਸ ਦੀ ਨਿੰਦਾ ਕਰਦਾ ਹੈ, ਉਸ ਦੀ ਜਨਮ ਜਨਮ ਦੀ ਮੈਲ ਧੋਂਦਾ ਹੈ, ਪਰ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ, ਸਗੋਂ ਆਪਣਾ ਕੀਤਾ ਆਪ ਪਾਉਂਦਾ ਹੈ। ਉਸ ਨੂੰ ਨਾ ਇਸ ਲੋਕ ਵਿੱਚ ਸੁੱਖ ਮਿਲਦਾ ਹੈ, ਨਾ ਅਗਲੀ ਦਰਗਾਹੇ ਢੋਈ ਪ੍ਰਾਪਤ ਹੁੰਦੀ ਹੈ। ਸਿੱਧਾ ਜੰਪੁਰੀ ਨੂੰ ਜਾ ਸਿਧਾਉਂਦਾ ਹੈ। ਉਸ ਨੇ ਮਨੁੱਖਾ ਜਨਮ ਐਵੇਂ ਹੀ ਗਵਾ ਲਿਆ। ਉਹ ਕਿਸੇ ਤਰ੍ਹਾਂ ਦੀ ਉੱਚ ਅਵਸਥਾ ਵਾਲੀ ਸਦਗਤੀ ਨੂੰ ਪ੍ਰਾਪਤ ਨਹੀਂ ਹੋ ਸਕਦਾ। ਜਿਸ ਦੀ ਨਿੰਦਾ ਕਰਦਾ ਹੈ, ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਅਗਲੀ ਦਰਗਾਹ ਉਸ ਨੂੰ ਕੋਈ ਥਾਂ ਨਹੀਂ ਮਿਲਦੀ।
ਆਪਣੀ ਕਰਨੀ ਦਾ ਫਲ ਪਾਉਂਦਾ ਹੈ। ਇਹੋ ਉਸ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੁੰਦਾ ਹੈ, ਸੋ ਉਹ ਭੁਗਤਦਾ ਹੈ। ਉਸ ਵਿਚਾਰੇ ਦੇ ਕੀ ਵਸ ਹੈ, ਭੁਗਤਾਉਣ ਹਾਰਾ ਭੁਗਤਾਉਂਦਾ ਹੈ। ਆਪਣੇ ਕਰਮਾਂ ਕਰਕੇ ਐਸੇ ਦੁਖਾਵੇਂ ਥਾਈਂ ਖੁਆਰ ਹੁੰਦਾ ਹੈ ਜਿੱਥੇ ਉਸ ਦੀ ਕੋਈ ਰੱਖਿਆ ਨਹੀਂ ਕਰ ਸਕਦਾ। ਪਿਆ ਕੂਕ ਪੁਕਾਰ ਕਰਦਾ ਹੈ, ਪਰ ਉਸ ਦੀ ਕੋਈ ਨਹੀਂ ਸੁਣਦਾ। ਇਹ ਭਿਆਨਕ ਨਜ਼ਾਰਾ ਅੱਗੇ ਦਾ ਯਥਾਰਥੀ ਵਰਤਣ ਵਾਲਾ ਹਾਲ ਦੱਸਿਆ ਹੈ। ਨਿਰਾ ਰੋਚਕ ਬਿਆਨੀ ਕਥਨੀ ਮਾਤਰੀ ਡੂਮ ਡਰਾਵਾ ਹੀ ਨਹੀਂ। ਇਹ ਕੁਛ ਨਿੰਦਕ ਨਾਲ ਅਗਲੀ ਦਰਗਾਹ ਪ੍ਰਤੱਖ ਵਰਤ ਕੇ ਰਹਿੰਦਾ ਹੈ ਤੇ ਇਸ ਤੋਂ ਬਚਣ ਦਾ ਕੋਈ ਚਾਰਾ ਨਹੀਂ, ਤਾਂ ਤੇ ਅਗਲੀ ਦਰਗਾਹੇ ਕਰਮਾਂ ਦੇ ਫਲ ਮਿਲਣ ਸੰਬੰਧੀ ਅਵੇਸਲੇ ਨਹੀਂ ਰਹਿਣਾ ਚਾਹੀਦਾ। ਇਹ ਖਿਆਲ ਕਰਨਾ ਕਿ ਨਾ ਅੱਗਾ ਹੈ ਤੇ ਨਾ ਹੀ ਅੱਗੇ ਜਾ ਕੇ ਕਰਮਾਂ ਦਾ ਫਲ ਮਿਲਣਾ ਹੈ, ਨਿਰਾ ਫੂਸ ਦੇ ਨਿਗਾਸ ਵਾਲਾ ਅਹਿਸਾਸ ਹੀ ਹੈ। ਇਸ ਉੱਪਰਲੇ ਗੁਰਵਾਕ ਦੁਆਰਾ ਨਿੰਦਕ ਨੂੰ ਜਮਪੁਰੀ ਦਾ ਵਾਸ ਮਿਲਣਾ ਸਿੱਧ ਹੈ। ਜਮਪੁਰੀ ਵੀ ਅਣਦਿਸਦੀ ਦੁਨੀਆ ਵਿੱਚ ਇੱਕ ਵੱਖਰਾ ਮੰਡਲ ਹੈ, ਜਿਸ ਵਿੱਚ ਦੀ ਬੁਰੇ ਕੰਮਾਂ ਵਾਲਿਆਂ ਨੂੰ ਲੰਘਣਾ ਤੇ ਜੰਮਾਂ ਵੱਲੋਂ ਸਜ਼ਾਵਾਂ ਤੇ ਦੁੱਖ ਸਹਿਣੇ ਪੈਂਦੇ ਹਨ। ਜਮਪੁਰੀ ਦਾ ਨਿਰਣਾ ਅੱਗੇ ਵੱਖਰੇ ਕਾਂਡ ਵਿੱਚ ਆਵੇਗਾ। ਜਿਹੜਾ ਬਗਲਾ ਭਗਤ ਬਾਹਰੋਂ ਤਾਂ ਸਫਾਈਆਂ ਕਰਦਾ ਹੈ ਤੇ ਅੰਦਰੋਂ ਪਾਪਾਂ ਨਾਲ ਭਰਿਆ ਹੋਇਆ ਮਲੀਨ ਚਿੱਤ ਹੈ, ਉਹ ਲੋਕਾਂ ਭਾਣੇ ਤਾਂ ਚੰਗਾ ਬਣ ਬਹਿੰਦਾ ਹੈ, ਪਰ ਉਸ ਦੀ ਠੱਗੀ ਤੇ ਪਖੰਡੀ ਦਾ ਫਲ ਅਵਸ਼ ਉਸ ਨੂੰ ਮਿਲ ਕੇ ਰਹਿੰਦਾ ਹੈ। ਉਹ ਲੋਕ ਪਰਲੋਕ ਆਪਣਾ ਵਿਗਾੜ ਲੈਂਦਾ ਹੈ ਤੇ ਦੋਏ ਠੌਰ ਆਪਣੇ ਖੋ ਬੈਠਦਾ ਹੈ। ਇਸ ਲੋਕ ਵਿੱਚ ਉਹ ਕਾਮ ਕ੍ਰੋਧ ਨਾਲ ਅਟਿਆ ਹੋਇਆ ਭੁੱਲਿਆ ਫਿਰਦਾ ਰਹਿੰਦਾ ਹੈ, ਪਰ ਅੱਗੇ ਜਾ ਕੇ ਮੁਸ-ਮੁਸ ਰੋਂਦਾ ਹੈ। ਇੱਥੇ ਵੀ ਕਾਮ ਕ੍ਰੋਧ ਦੀ ਅਗਨੀ ਵਿੱਚ ਜਲਦਾ ਸੜਦਾ ਭੁਜਦਾ ਹੀ ਰਹਿੰਦਾ ਹੈ। ਯਥਾ ਗੁਰਵਾਕ ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ, ਇਹਾਂ ਕਾਮ ਕ੍ਰੋਧ ਮੋਹ ਵਿਆਪਿਆ, ਆਗੈ ਮੁਸ-ਮੁਸ ਰੋਏ। ਆਸਾ ਮਹਲਾ ਪੰਜਵਾਂ। ਜੋ ਸੱਚਮੁੱਚ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਕਰਨ ਲਈ ਪਖੰਡ ਰਹਿਤ ਗੁਰਮਤਿ ਕਰਮ ਸੱਚੇ ਸੁੱਚੇ ਦਿਲੋਂ ਕਮਾਉਂਦੇ ਹਨ ਤੇ ਨਾਮ ਧਿਆਉਂਦੇ ਹਨ, ਉਹ ਦਰ ਹਕੀਕਤ ਪ੍ਰਭ ਸ਼ਰਨਾਗਤ ਨੂੰ ਜਾ ਪ੍ਰਾਪਤ ਹੁੰਦੇ ਹਨ। ਉਹਨਾਂ ਨੂੰ ਇਸ ਦੁਨੀਆ ਵਿੱਚ ਸੱਚਾ ਸੁੱਖ ਮਿਲਦਾ ਹੈ ਤੇ ਅੱਗੇ ਜਾ ਕੇ ਉਹ ਸਦਗਤੀ ਨੂੰ ਪ੍ਰਾਪਤ ਹੁੰਦੇ ਹਨ। ਯਥਾ ਗੁਰਵਾਕ ਕਉ ਨਾਨਕ ਜੋ ਪ੍ਰਭ ਸ਼ਰਨ ਆਈ, ਇਹਾਂ ਸੁਖ ਆਗੈ ਗਤ ਪਾਈ। ਆਸਾ ਮਹਲਾ ਪੰਜਵਾਂ। ਅਬੇ ਤਬੇ ਗੁਰੂ ਦੀ ਸੇਵਾ ਚਾਕਰੀ ਧੁਰ ਹਰ ਦਰਗਾਹ ਪ੍ਰਾਪਤੀ ਲਈ ਕਿਸੇ ਕੰਮ ਨਹੀਂ ਆ ਸਕਦੀ, ਸਗੋਂ ਅੱਧ ਵਾਟੇ ਹੀ ਡੋਬ ਦਿੰਦੀ ਹੈ। ਜਿਵੇਂ ਪੱਥਰ ਦੀ ਬੇੜੀ ਆਪ ਵੀ ਡੁੱਬ ਜਾਂਦੀ ਹੈ ਤੇ ਉਸ ਵਿੱਚ ਚੜ੍ਹਿਆ ਹੋਇਆਂ ਪੰਧਾਊਆਂ ਨੂੰ ਵੀ ਉਹ ਨਾਲ ਹੀ ਲੈ ਡੋਬਦੀ ਹੈ। ਅੱਜ ਕੱਲ੍ਹ ਦੇ ਆਪੋਂ ਬਣ ਬੈਠੇ ਪਖੰਡੀ ਗੁਰੂਆਂ ਦਾ ਸਣੇ ਚੇਲਿਆਂ ਦੇ ਇਹੋ ਹਾਲ ਹੋਸੀ। ਸੱਚਾ ਸਤਿਗੁਰੂ ਧੁਰ ਕੀ ਗੁਰਤੱਤਾ ਵਾਲਾ ਮੋਹਰ ਛਾਪ ਟਕਸਾਲ ਵਾਲਾ ਗੁਰੂ ਕੇਵਲ ਗੁਰੂ ਨਾਨਕ ਦੇਵ ਹੀ ਸਿੱਖਾਂ ਸੇਵਕਾਂ ਨੂੰ ਭਵ ਸਾਗਰੋਂ ਪਾਰ ਕਰਨ ਨੂੰ ਸਮਰੱਥ ਹੈ। ਆਪ ਧੁਰੋਂ ਹੀ ਤਰੇ ਤਰਾਏ ਆਏ ਹਨ ਤੇ ਭਵ ਤਾਰਨ ਲਈ ਜਗਤ ਗੁਰੂ ਸਦਾਏ ਹਨ। ਸੱਚੀ ਗੁਰਿਆਈ ਗੁਰੂ ਘਰ ਗੁਰੂ ਨਾਨਕ ਦੇ ਘਰ ਦੀ ਹੀ ਇੱਕੋ ਇੱਕ ਟਕਸਾਲ ਹੈ, ਜਿੱਥੋਂ ਜਗਿਆਸੂ ਜਨ ਵਰੋਸਾਉਂਦੇ ਤੇ ਸਦਾ ਨਿਸਤਾਰਾ ਪਾਉਂਦੇ ਹਨ ਤੇ ਸੱਚੀ ਦਰਗਾਹ ਦਾ ਸੱਚ ਸਚਾਉਂਦੇ ਹਨ। ਸੱਚੇ ਗੁਰੂ ਦੀ ਟਕਸਾਲ ਤੇ ਸੱਚੇ ਜਗਿਆਸੂ ਹੀ ਪਰਖੇ ਜਾਂਦੇ ਹਨ, ਪਰਖ ਕੇ ਖਜ਼ਾਨੇ ਪਾਏ ਜਾਂਦੇ ਹਨ। ਇੱਥੇ ਜਗਿਆਸੂ ਜਨਾਂ ਨੂੰ ਆਪਣਾ ਮਨ ਪਹਿਲਾਂ ਵੇਚਣਾ ਪੈਂਦਾ ਹੈ। ਪੋਚ ਪਰਚਾਵਾ ਦਿਖਾਉਣ ਵਾਲਿਆਂ ਦਾ ਇੱਥੇ ਕੁਝ ਵਸ ਨਹੀਂ ਚੱਲਦਾ। ਪੋਚ ਪਰਚਾਵੇ ਤੇ ਪੋਚ ਕਪੂਚੀਏ ਪਖੰਡੀ ਗੁਰੂ ਹੀ ਰੀਝਦੇ ਹਨ। ਘਟ ਘਟ ਦਾ ਅੰਤਰਯਾਮੀ ਸਤਿਗੁਰ ਸੱਚਾ ਪਾਤਸ਼ਾਹ ਭਲੀ ਬਿਦ ਪਰਖ ਲੈਂਦਾ ਹੈ। ਜਿਨ੍ਹਾਂ ਨੇ ਆਪਣਾ ਮਨ ਸਤਿਗੁਰੂ ਪਾਸ ਵੇਚਿਆ ਹੁੰਦਾ ਹੈ, ਤਿਨਾਂ ਦੇ ਹੀ ਸਤਿਗੁਰ ਕਾਰਜ ਕਰ ਸਕਦਾ ਹੈ ਅਤੇ ਉਹਨਾਂ ਦੀ ਪਰਮਾਰਥੀ ਜਗਿਆਸਾ ਨੂੰ ਥਾਂ ਪਾਉਂਦਾ ਹੈ। ਸੋ ਗੁਰੂ ਕਾ ਸਿੱਖ ਬਣਨ ਲਈ ਪਹਿਲਾਂ ਆਪਣਾ ਮਨ ਵੇਚਣਾ ਪੈਂਦਾ ਹੈ ਤੇ ਨਾਲ ਹੀ ਸੀਸ ਅਰਪਣ ਕਰਨਾ ਪੈਂਦਾ ਹੈ। ਇਸ ਤਰ੍ਹਾਂ ਜਗਿਆਸੂ ਜਨ ਗੁਰ ਦੀਖਿਆ ਦੇ ਪਾਤਰ ਬਣ ਕੇ ਗੁਰਮੁਖ ਵਸਤ ਨੂੰ ਪਛਾਣ ਕੇ ਦਰ ਦਰਗਾਹੀ ਨਿਜ ਘਰ ਭਾਲ ਲੈਂਦੇ ਹਨ, ਜਿਹਾ ਕਿ ਇਸ ਗੁਰਵਾਕ ਦਾ ਭਾਵ ਹੈ। ਅਬੇ ਤਬੇ ਕੀ ਚਾਕਰੀ ਕਿਉਂ ਦਰਗਾਹ ਪਾਵੈ, ਪੱਥਰ ਕੀ ਬੇੜੀ ਜੇ ਚੜ੍ਹੈ ਭਰ ਨਾਲ ਬੁਡਾਵੈ। ਆਪਨੜਾ ਮਨ ਵੇਚੀਐ ਸਿਰ ਦੀਜੈ ਨਾਲੇ, ਗੁਰਮੁਖ ਵਸਤ ਪਛਾਣੀਐ ਆਪਣਾ ਘਰ ਭਾਲੇ।
ਆਸਾ ਮਹੱਲਾ ਪਹਿਲਾ। ਸੱਚੀ ਗੁਰ ਚਾਕਰੀ ਵਾਲੀ ਸੇਵਾ ਸਹੀ ਗੁਰਮੁਖ ਜਨ ਕਰਦੇ ਹਨ ਅਤੇ ਕਰਕੇ ਤੋੜ ਨਿਭਾਉਂਦੇ ਹਨ, ਜਿਨ੍ਹਾਂ ਤੋਂ ਨਦਰਾਲੂ ਕਿਰਪਾਲੂ ਪਿਤਾ ਕਰਾਉਂਦਾ ਨਿਭਾਉਂਦਾ ਹੈ। ਬਸ ਹਰ ਦਰਗਹਿ ਸੀਜਣ ਲਈ ਸਿਰ ਦੇ ਕੇ ਹੀ ਛੁਟਕਾਰਾ ਹੁੰਦਾ ਹੈ। ਯਥਾ ਗੁਰਵਾਕ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ, ਨਾਨਕ ਸਿਰ ਦੇ ਛੂਟੀਐ ਦਰਗਾਹ ਪਤ ਪਾਏ। ਆਸਾ ਮਹੱਲਾ ਪਹਿਲਾ। ਗੁਰੂ ਕੇ ਸਿੱਖ ਗ੍ਰਸਤ ਵਿੱਚ ਰਹਿ ਕੇ ਹੀ ਗੁਰਮਤ ਨਾਮ ਅਭਿਆਸ ਕਮਾਈ ਵਾਲੀ ਸੇਵਾ ਸਾਧਨਾ ਕਰਦੇ ਹਨ। ਇਹ ਸੱਚੀ ਗੁਰਮਤ ਦੀ ਜਾਗ ਵਿਰਲੇ ਗ੍ਰਸਤ ਉਦਾਸ ਸੇਵਕਾਂ ਸਾਧਕਾਂ ਨੂੰ ਹੀ ਲੱਗਦੀ ਹੈ। ਜਿਨ੍ਹਾਂ ਨੂੰ ਇਹ ਜਾਗ ਲੱਗੀ ਹੈ ਉਹ ਗੁਰਮੁਖ ਸਦ ਸਦਾ ਹੀ ਦ੍ਰਿੜ ਕਰਕੇ ਨਾਮਦਾਨ ਇਸ਼ਨਾਨ ਸਤਸੰਗ ਦੀ ਗੁਰਮਤ ਰਹਿਤ ਰਹਿਣੀ ਨੂੰ ਸਾਵਧਾਨ ਤੇ ਸੁਜਾਗ ਹੋ ਕੇ ਕਮਾਉਂਦੇ ਹਨ। ਕੇਵਲ ਇਸ ਬਿਧ ਹੀ ਸੱਚੀ ਭਗਤੀ ਪ੍ਰਾਪਤ ਹੋ ਸਕਦੀ ਹੈ। ਨਾਮਦਾਨ ਇਸ਼ਨਾਨ ਦ੍ਰਿੜ ਕਰਨ ਹਾਰਿਆਂ ਦੀ ਹੀ ਸੱਚੀ ਸੁਜਾਗ ਭਗਤੀ ਪ੍ਰਵਾਨ ਪੈਂਦੀ ਹੈ। ਅਜਿਹੇ ਗੁਰੂ ਦੇ ਦਰ ਪ੍ਰਵਾਨ ਪਏ ਅਨਨ ਗੁਰਸਿੱਖ ਹੀ ਗੁਰੂ ਦੀ ਕਿਰਪਾ ਨਾਲ ਦਰਗਾਹੀ ਘਰ ਨੂੰ ਪਛਾਣਦੇ ਹਨ। ਸੋ ਸੱਚੀ ਦਰਗਾਹ ਜਾ ਕੇ ਉਹ ਸਿਆਣੇ ਜਾਂਦੇ ਹਨ। ਧੁਰ ਪੁੱਗ ਕੇ ਵੀ ਦਰਗਾਹੇ ਪਹੁੰਚ ਕੇ ਵੀ ਉਹ ਨਾਮ ਭਗਤੀ ਨੂੰ ਨਹੀਂ ਵਿਸਾਰਦੇ। ਐਸੇ ਹੀ ਸਚਿਆਰ ਸਿੱਖ ਸੱਚੇ ਕਰਤਾਰ ਨੂੰ ਭਾਉਂਦੇ ਹਨ। ਯਥਾ ਗੁਰਵਾਕ। ਇੱਕ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ, ਨਾਮਦਾਨ ਇਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ। ਗੁਰ ਤੇ ਦਰ ਘਰ ਜਾਣੀਐ ਸੋ ਜਾਏ ਸਜਾਣੈ, ਨਾਨਕ ਨਾਮ ਨਾ ਵੀਸਰੈ ਸਾਚੇ ਮਨ ਮਾਨੈ। ਸ਼ਲੋਕ ਮਹਲਾ ਪਹਿਲਾ। ਸੱਚੇ ਵਾਹਿਗੁਰੂ ਤੇ ਜਿਨ੍ਹਾਂ ਦਾ ਮਨ ਮੰਨਿਆ ਹੈ ਸੋਈ ਨਾਮ ਨੂੰ ਨਹੀਂ ਵਿਸਾਰਦੇ। ਸੱਚੇ ਦੇ ਦਰ ਤੇ ਸੱਚੇ ਸਿੱਖ ਹੀ ਦਰ ਪ੍ਰਵਾਨ ਹੋ ਕੇ ਪ੍ਰਵਾਨ ਪੈਂਦੇ ਹਨ। ਦਰ ਢੱਠੇ ਸੇਵਕਾਂ ਦੇ ਦਿਲੀ ਦਰਦ ਨੂੰ ਅੰਤਰਯਾਮੀ ਵਾਹਿਗੁਰੂ ਹੀ ਜਾਣਦਾ ਪਛਾਣਦਾ ਹੈ। ਸੱਚੀ ਭਗਤੀ ਦੁਆਰਾ ਹੀ ਦਰਦ ਫਿਰਾਕ ਦੂਰ ਹੁੰਦਾ ਹੈ। ਜਦੋਂ ਦੂਰ ਹੁੰਦਾ ਹੈ ਉਦੋਂ ਹੀ ਸੱਚੀ ਭਗਤੀ ਦੀ ਕਦਰ ਪੈਂਦੀ ਹੈ। ਇਹ ਭਗਤੀ ਬਿਸਮਾਦ ਭਗਤੀ ਅਰਥਾਤ ਹੈਰਾਨ ਕਰਨ ਵਾਲੀ ਭਗਤੀ ਹੈ, ਜੋ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਦਰਗਾਹ ਪੁੱਗ ਕੇ ਵੀ ਹੁੰਦੀ ਰਹਿੰਦੀ ਹੈ। ਗੁਰੂ ਘਰ ਦੇ ਸੱਚੇ ਗੁਰਮੁਖਾਂ ਨੂੰ ਹੀ ਇਹ ਬਿਧ ਪ੍ਰਾਪਤ ਹੁੰਦੀ ਹੈ। ਸੱਚ ਵੇਲੇ ਦੀ ਵੇਲਾ ਸੰਭਾਲਣ ਦੀ ਸ਼ਬਦ ਸਲਾਹੁਣ ਦੀ ਸੱਚੀ ਪਛਾਣ ਗੁਰਮੁਖਾਂ ਨੂੰ ਹੀ ਆਈ ਹੈ, ਹੋਰ ਕਿਸੇ ਨੂੰ ਨਹੀਂ। ਦਰ ਸੇਵਕ ਦਰਵਾਨ ਦਰਦ ਤੂੰ ਜਾਣਹੀ, ਭਗਤ ਤੇਰੀ ਹੈਰਾਨ ਦਰਦ ਗਵਾਵਹੀ। ਦਰਗਾਹ ਨਾਮ ਹਦੂਰ ਗੁਰਮੁਖ ਜਾਣਸੀ, ਵੇਲਾ ਸੱਚ ਪਰਵਾਨ ਸ਼ਬਦ ਪਛਾਣਸੀ। ਆਸਾ ਮਹੱਲਾ ਪਹਿਲਾ। ਉਹੀ ਵੇਲਾ ਸੱਚ ਪ੍ਰਵਾਨ ਹੈ ਜਦੋਂ ਸ਼ਬਦ ਨਾਲ ਸੰਜੋਗ ਜੁੜਿਆ ਨਾਮ ਰੂਪੀ ਸੱਚ ਨਾਲ ਰੱਤੇ ਹੋਏ ਗੁਰਮੁਖ ਜਨ ਦੀ ਸਦਾ ਹੀ ਸੱਚੀ ਅਤੇ ਨਿਰਮਲੀ ਸ਼ੋਭਾ ਹੁੰਦੀ ਹੈ। ਜਿਉਂਦੇ ਜੀ ਇਸ ਦੁਨੀਆ ਵਿੱਚ ਉਹ ਘਰ ਘਰ ਅੰਦਰ ਉੱਗੇ ਹੋ ਜਾਂਦੇ ਹਨ ਤੇ ਅਗਲੀ ਦਰਗਾਹ ਵਿੱਚ ਜੁਗਾਂ ਪਰਯੰਤ ਪ੍ਰਗਟ ਪਹਾਰੇ ਪੁੱਗੇ ਹੋਏ ਜਾਪਦੇ ਹਨ, ਜਿਹਾ ਕਿ ਗੁਰਵਾਕ ਹੈ। ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ, ਐਥੈ ਘਰ ਘਰ ਜਾਪਦੇ ਆਗੈ ਜੁਗ ਜੁਗ ਪ੍ਰਗਟ ਹੋਏ। ਆਸਾ ਮਹਲਾ ਤੀਜਾ। ਨਾਮ ਰੂਪੀ ਖੇਤੀ ਜਿਨ੍ਹਾਂ ਨੇ ਵਾਹੀ ਬੀਜੀ ਅਤੇ ਕਮਾਈ ਹੈ, ਉਹਨਾਂ ਨੂੰ ਐਸਾ ਬੋਹਲ ਹੱਥ ਆ ਗਿਆ ਹੈ ਜੋ ਇੱਥੇ ਉੱਥੇ ਕਦੇ ਨਿਖੁੱਟਦਾ ਨਹੀਂ। ਉਹਨਾਂ ਦੇ ਸ਼ਾਂਤ ਸਹਿਜ ਸੁਖ ਦੀ ਹੱਟੀ ਸਦਾ ਖੁੱਲੀ ਰਹਿੰਦੀ ਹੈ ਤੇ ਸਦਾ ਹੀ ਵਣਜ ਵਪਾਰ ਹੁੰਦਾ ਰਹਿੰਦਾ ਹੈ। ਅਗਲੇ ਲੋਕ ਵਿੱਚ ਨਾਮ ਦੇ ਸ਼ਾਹ ਸਤਿਗੁਰੂ ਤੇ ਵਪਾਰੀ ਸਿੱਖ ਇੱਕੋ ਹੀ ਥਾਟ ਮੰਡਲ ਵਿੱਚ ਵਸਣਹਾਰੇ ਹੋ ਜਾਂਦੇ ਹਨ। ਨਾਮ ਦੇ ਵਣਜਾਰਿਆਂ ਨੂੰ ਅੱਗੇ ਜਾ ਕੇ ਨਾ ਕੋਈ ਡੰਨ ਭਰਨਾ ਪੈਂਦਾ ਹੈ, ਨਾ ਟੈਕਸ ਦੇਣਾ ਪੈਂਦਾ ਹੈ, ਨਾ ਜਗਾਤ ਮਸੂਲ ਦੇਣੀ ਪੈਂਦੀ ਹੈ। ਸਤਿਗੁਰੂ ਨੇ ਧੁਰ ਦੀ ਛਾਪ ਮੋਹਰ ਤਿਨਾਂ ਤੇ ਲਾ ਦਿੱਤੀ ਹੁੰਦੀ ਹੈ, ਜਿਸ ਨੂੰ ਵੇਖ ਕੇ ਜਮ ਜਾਗਾਤੀ ਤਿਨਾਂ ਦੇ ਨੇੜੇ ਨਹੀਂ ਆਉਂਦੇ। ਨਾਮ ਦਾ ਵੱਖਰ ਲੱਦ ਕੇ ਖੇਪ ਚਲਾਉਣ ਹਾਰੇ ਗੁਰਮੁਖ ਜਨ ਸੱਚਾ ਲਾਹਾ ਲੈ ਕੇ ਨਿਜ ਘਰ ਆਪਣੇ ਅਗਲੇ ਗੁਰਦਰਗਾਹੀ ਘਰ ਵਿੱਚ ਉੱਜਲ ਮੁਖ ਹੋ ਕੇ ਜਾਂਦੇ ਹਨ। ਇਸ ਗੁਰਪੁਰੀ ਦੇ ਅਬਚਲ ਨਗਰਮਈ ਘਰ ਵਿਖੇ ਸੋ ਜਨ ਸਦਾ ਸਦਾ ਲਈ ਵਸਦੇ ਰਸਦੇ ਹਨ, ਜਿਨ੍ਹਾਂ ਨੇ ਮਨੁੱਖਾ ਜਨਮ ਧਾਰ ਕੇ ਗੁਰ ਦੀਖਿਆ ਲੈ ਗੁਰ ਸ਼ਬਦ ਦੀ ਅਤੁੱਟ ਕਮਾਈ ਸਾਰੀ ਉਮਰ ਕੀਤੀ ਹੈ। ਇੱਥੇ ਉਹਨਾਂ ਲੋਕਾਂ ਦੀ ਕਮਾਈ ਦਾ ਅਗਲੇ ਲੋਕ ਵਿੱਚ ਇਹ ਫਲ ਮਿਲਦਾ ਹੈ ਕਿ ਉਹਨਾਂ ਦਾ ਸਦ ਸਦਾ ਲਈ
ਇਸ ਉੱਪਰ ਦੱਸੇ ਘਰ ਵਿੱਚ ਵਾਸਾ ਹੋ ਜਾਂਦਾ ਹੈ। ਜੋ ਘਰ ਗੁਰੂ ਨਾਨਕ ਦੇਵ ਜੀ ਦੀ ਵਸਾਈ ਹੋਈ ਅਬਚਲ ਨਗਰੀ ਅਰਥਾਤ ਗੁਰਪੁਰੀ ਵਿੱਚ ਸਦੀਵ ਵਸਿਆ ਰਸਿਆ ਹੋਇਆ ਹੈ। ਯਥਾ ਗੁਰਵਾਕ ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰ ਸੇਵੋ ਨੀਤ। ਸ਼ਾਂਤ ਸਹਿਜ ਸੁਖ ਕੇ ਸਭ ਹਾਟ, ਸ਼ਾਹ ਵਾਪਾਰੀ ਏਕੈ ਥਾਟ। ਜੇਜੀਆ ਡਨ ਕੋ ਲਏ ਨ ਜਗਾਤ, ਸਤਿਗੁਰ ਕਰ ਦੀਨੀ ਧੁਰ ਕੀ ਛਾਪ। ਵਖਰ ਨਾਮ ਲਦ ਖੇਪ ਚਲਾਵੋ, ਲੈ ਲਾਹਾ ਗੁਰਮੁਖ ਘਰ ਆਵੋ। ਸਤਿਗੁਰ ਸ਼ਾਹ ਸਿੱਖ ਵਣ ਜਾਰੇ, ਪੂੰਜੀ ਨਾਮ ਲੇਖਾ ਸਾਚ ਸਮਾਰੇ। ਸੋ ਵਸੈ ਇਤ ਘਰ ਜਿਸ ਗੁਰ ਪੂਰਾ ਸੇਵ, ਅਬਚਲ ਨਗਰੀ ਨਾਨਕ ਦੇਵ। ਆਸਾ ਮਹਲਾ ਪੰਜਵਾਂ। ਜਿਨ੍ਹਾਂ ਨੇ ਹੁਕਮਾਂ ਸਿਰ ਸੱਚਾ ਹੁਕਮ ਨਾਮ ਮੰਨਿਆ, ਅਭਿਆਸ ਕਮਾਈ ਕਰਕੇ ਕਮਾਇਆ, ਤੋੜ ਨਿਭਾਇਆ ਹੈ, ਉਹ ਪ੍ਰਵਾਨ ਪਏ ਹਨ। ਇਸ ਬਿਧ ਪ੍ਰਵਾਨ ਪੈ ਕੇ ਹੀ ਸੱਚੇ ਵਾਹਿਗੁਰੂ ਰੂਪੀ ਖਸਮ ਦੇ ਮਹਿਲ ਨੂੰ ਜਾ ਪ੍ਰਾਪਤ ਹੋਏ ਹਨ। ਯਥਾ ਗੁਰਵਾਕ ਹੁਕਮ ਮੰਨਿਆ ਹੋਵੈ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਇਸੀ। ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਇਸੀ। ਵਾਰ ਆਸਾ ਹੋਇਆ ਨਾ ਸੱਚਾ ਮਹਿਲ ਖਸਮ ਦਾ, ਇਸ ਗੁਰਦਰਸਾਈ ਖਸਮ ਮਹਿਲੀ ਹੋਣ ਤੋਂ ਕੌਣ ਮੁਨਕਰ ਹੋ ਸਕਦਾ ਹੈ। ਰਹੀ ਗੱਲ ਇਹ ਕਿ ਉਹ ਮਹਿਲ ਕੈਸਾ ਹੈ, ਸੋ ਦੇਖਾ ਹੀ ਪ੍ਰਵਾਨ ਹੈ। ਮਹਿਲ ਦਾ ਮਹਿਲੀ ਪਹੁੰਚਿਆ ਹੀ ਪਤਾ ਲੱਗਦਾ ਹੈ ਕਿ ਉਹ ਮਹਿਲ ਕੈਸਾ ਹੈ। ਇਹ ਉਹਨਾਂ ਨੂੰ ਹੀ ਨਿਸ਼ਚੇ ਕਰਕੇ ਨਿਰੂਪਣ ਹੋਇਆ ਹੈ ਜਿਨ੍ਹਾਂ ਨੇ ਇਸ ਦੁਨੀਆ ਵਿੱਚ ਮਾਲਕ ਦੇ ਸੱਚੇ ਹੁਕਮ ਤੇ ਰਜ਼ਾ ਅੰਦਰ ਚੱਲ ਕੇ ਸੱਚੀ ਕਾਰ ਕਮਾਈ ਹੈ। ਤਾਂ ਜਾ ਕੇ ਉਹਨਾਂ ਨੇ ਇਹ ਖਸਮ ਮਹਿਲੀ ਪੁੱਗ ਖਲੋਣ ਦਾ ਸੱਚਾ ਫਲ ਮਨੋਰਥ ਪਾਇਆ ਹੈ। ਅਗਲਾ ਗੁਰਵਾਕ ਦੱਸਦਾ ਹੈ ਕਿ ਅੱਗੇ ਜਾ ਕੇ ਸੋ ਕੁਝ ਮਿਲਦਾ ਹੈ ਜਿਸ ਦੇ ਖੱਟ ਘਾਲਣ ਦੀ ਸੱਚੀ ਕਮਾਈ ਇੱਥੇ ਕੀਤੀ ਹੋਈ ਹੁੰਦੀ ਹੈ। ਯਥਾ ਗੁਰਵਾਕ ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਵਾਰ ਆਸਾ ਸ਼ਲੋਕ ਮਹਲਾ ਪਹਿਲਾ। ਇਸ ਵਾਕ ਵਿੱਚ ਪੱਕ ਪ੍ਰਤੀਤ ਕਰਕੇ ਅੱਗਾ ਦਰਸਾਇਆ ਗਿਆ ਹੈ। ਜੇ ਅਜੇ ਵੀ ਪ੍ਰਤੀਤ ਨਾ ਆਵੇ ਤਾਂ ਫਿਰ ਕੀ ਇਲਾਜ ਹੈ। ਅਗਲੇ ਗੁਰਵਾਕ ਅੰਦਰ ਗੁਰੂ ਸਾਹਿਬ ਨਿਰਣੇ ਕਰਦੇ ਹਨ ਕਿ ਜਿਸ ਜਿਸ ਮੁਖ ਦੁਆਰਾ ਵਾਹਿਗੁਰੂ ਨਾਮ ਜਪਿਆ ਸਲਾਹਿਆ ਜਾਂਦਾ ਹੈ, ਸੋ ਮੁਖ ਉਸ ਸੱਚੇ ਦੇ ਦਰਬਾਰ ਵਿੱਚ ਉਜਲੇ ਹੁੰਦੇ ਹਨ। ਤਿਨਾਂ ਨੂੰ ਐਸੇ ਰੰਗ ਭਾਗ ਲੱਗੇ ਹਨ ਕਿ ਉਹ ਮੁਖ ਲਾਲੋ ਲਾਲ ਨਾਮ ਰੱਤੇ ਅਤ ਸੋਹਣੇ ਸੁੰਦਰ ਹੋ ਗਏ ਹਨ। ਐਸੀ ਸੁੰਦਰਤਾ ਤਿਨਾਂ ਮੁਖਾਂ ਤੋਂ ਝਲਕਦੀ ਹੈ ਕਿ ਉਹਨਾਂ ਦੀ ਤਾਬ ਝਲਕ ਝੱਲੀ ਨਹੀਂ ਜਾਂਦੀ। ਯਥਾ ਗੁਰਵਾਕ ਜਿਤ ਮੁਖ ਸਦਾ ਸਲਾਹੀਐ, ਭਾਗਾਂ ਰੱਤੀ ਚਾਰ। ਨਾਨਕ ਤੇ ਮੁਖ ਉਜਲੇ, ਤਿਤ ਸੱਚੈ ਦਰਬਾਰ। ਮਹਲਾ ਪਹਿਲਾ। ਹੋ ਗਿਆ ਨਾ ਸਿੱਧ ਸੱਚੇ ਦਾ ਦਰਬਾਰ, ਜੋ ਅੱਗੇ ਪਰਲੋਕ ਵਿੱਚ ਸੁਭਾਏਮਾਨ ਹੈ। ਪਰ ਤਿਸ ਦਰਬਾਰ ਦੀ ਸ਼ੋਭਾ ਸੋਈ ਜਾਣ ਸਕਦੇ ਹਨ ਜਿਨ੍ਹਾਂ ਨੇ ਦਰਸਾਰ ਝਲਕਾਰ ਇਸ ਦਰਬਾਰ ਦਾ ਪੇਖਿਆ ਹੈ। ਉਹ ਜਾਣਦੇ ਹਨ ਪਰ ਜਣਾਏ ਨਹੀਂ ਸਕਦੇ, ਨਾ ਹੀ ਦੱਸਣ ਦਸਾਣ ਜਣਾਉਣ ਲਖਾਉਣ ਦਾ ਉਹਨਾਂ ਨੂੰ ਹੁਕਮ ਹੈ। ਗੁਰਸਿੱਖਾਂ ਪ੍ਰਤੀ ਸਪਸ਼ਟ ਉਪਦੇਸ਼ ਹੈ ਕਿ ਸੰਸਾਰ ਵਿੱਚ ਰਹਿ ਕੇ ਐਸੀ ਰਹਿਣੀਮਈ ਖੇਡ ਨਾ ਖੇਡੀਏ ਜਿਸ ਕਰਕੇ ਅੱਗੇ ਦਰਗਾਹ ਵਿੱਚ ਜਾ ਕੇ ਹਾਰ ਆਵੇ। ਯਥਾ ਗੁਰਵਾਕ ਐਸੀ ਕਲਾ ਨਾ ਖੇਡੀਐ, ਜਿਤ ਦਰਗਾਹ ਗਿਆਂ ਹਾਰੀਐ। ਵਾਰ ਆਸਾ ਇਹ ਗੁਰਵਾਕ ਸਾਫ਼ ਦੱਸਦਾ ਹੈ ਕਿ ਇੱਥੋਂ ਚੱਲ ਕੇ ਸਰੀਰ ਛੱਡਣ ਤੋਂ ਪਿੱਛੋਂ ਜੀਵ ਨੂੰ ਅੱਗੇ ਐਸੀ ਦਰਗਾਹ ਵਿੱਚ ਪਹੁੰਚਣਾ ਪੈਂਦਾ ਹੈ ਜਿੱਥੇ ਉਸਦੇ ਕੀਤੇ ਕਰਮਾਂ ਦਾ ਜ਼ਰੂਰ ਨਿਬੇੜਾ ਹੋਣਾ ਹੈ। ਦਰਗਾਹ ਜਾ ਕੇ ਹਾਰ ਦਿਵਾਉਣ ਵਾਲੇ ਪਰਪੰਚ ਕਰਮਾਂ ਤੋਂ ਇਸੇ ਕਰਕੇ ਹੋੜਿਆ ਗਿਆ ਹੈ ਤਾਂ ਕਿ ਅੱਗੇ ਜਾ ਕੇ ਹਾਰਨਾ ਨਾ ਪਵੇ। ਜਿਹੜੇ ਐਵੇਂ ਅੱਖਾਂ ਮੀਚ ਕੇ ਅਵੇਸਲੇ ਹੋ ਕੇ ਇਉਂ ਕਹਿ ਛੱਡਦੇ ਹਨ ਕਿ ਅੱਗਾ ਕਿਸਨੇ ਡਿੱਠਾ ਹੈ, ਉਹਨਾਂ ਦੇ ਮੂੰਹ ਤੇ ਇਹ ਚਪੇੜ ਬੜੀ ਕਰਾਰੀ ਲੱਗਦੀ ਹੈ ਜੋ ਉਹਨਾਂ ਮਦਹੋਸ਼ਾਂ ਨੂੰ ਹੋਸ਼ ਅੰਦਰ ਲਿਆਉਂਦੀ ਹੈ। ਜਿਹੜੇ ਪੁਰਸ਼ ਸੰਸਾਰ ਅੰਦਰ ਰਾਜੇ ਰਾਓ ਸਿਕਦਾਰ ਸਰਦਾਰ ਆਦਿਕ ਹਾਕਮਾਂ ਦੇ ਅਹੁਦੇ ਪਾ ਕੇ ਮਨ ਭਾਉਂਦੇ ਹੁਕਮ ਚਲਾਉਂਦੇ ਹਨ, ਧੀਂਗੋ ਜੋਰੀਆਂ ਕਰਦੇ ਹਨ, ਜ਼ਬਰ ਜ਼ੁਲਮ ਕਰਦੇ ਡਰਦੇ ਨਹੀਂ, ਸਗੋਂ ਨਿਰਭੈ ਹੋ ਕੇ ਅਤਿਆਚਾਰ ਕਰਦੇ ਹਨ, ਮਤ ਉਹ ਅਵੇਸਲੇ ਰਹਿਣ। ਉਹਨਾਂ ਨੂੰ ਅੱਗੇ ਜਾ ਕੇ ਰਾਹ ਭੀੜੇ ਵਿੱਚ ਦੀ ਜ਼ਰੂਰ ਲੰਘਣਾ ਪਊ ਤੇ ਨੰਗਮ ਨੰਗੇ ਹੋ ਕੇ ਡਰਾਉਣੀ ਸ਼ਕਲ ਸ਼ਕਲਾਏ ਕੇ ਦੋਜ਼ਕਾਂ ਵਿੱਚ ਜਾਣਾ ਪਊ। ਯਥਾ ਗੁਰਵਾਕ
ਹੁਕਮ ਕੀਏ ਮਨ ਭਾਉਂਦੇ ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜ਼ਖ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਵਾਰ ਆਸਾ। ਇਸ ਗੁਰਵਾਕ ਅੰਦਰ ਦੋਜ਼ਖ ਨਰਕ ਵਿੱਚ ਪੈਣ ਦਾ ਵੀ ਸਾਫ਼ ਇਸ਼ਾਰਾ ਹੈ। ਦੋਜ਼ਖ ਨਰਕ ਸੁਰਗ ਦਾ ਨਿਰਣਾ ਵੱਖਰੇ ਕਾਂਡ ਵਿੱਚ ਕੀਤਾ ਜਾਊ। ਇਸ ਵਿੱਚ ਰੱਤਾ ਸੰਦੇਹ ਨਹੀਂ ਕਿ ਅੱਗੇ ਦਰਗਾਹ ਗਿਆਂ ਲੇਖਾ ਜ਼ਰੂਰ ਲਿਆ ਜਾਣਾ ਹੈ ਤੇ ਕਹਾਣੀ ਵਿੱਚ ਇਉਂ ਪੀੜਿਆ ਜਾਣਾ ਹੈ ਜਿਵੇਂ ਤਿਲ ਕੋਲੂ ਵਿੱਚ ਪੀੜੇ ਜਾਂਦੇ ਹਨ। ਦਰ ਲਏ ਲੇਖਾ ਪੀੜ ਛੁੱਟੈ, ਨਾਨਕਾ ਜਿਉ ਤੇਲ। ਮਹਲਾ ਪਹਿਲਾ। ਅਗਲੇ ਦਰ ਘਰ ਦੀਆਂ ਖਬਰਾਂ ਵਾਲੇ ਗੁਰੂ ਨਾਨਕ ਸਾਹਿਬ ਉੱਪਰ ਦੱਸੀ ਫਰਮਾਉਣੀ ਫਰਮਾਉਂਦੇ ਹਨ ਜੋ ਇਨ ਬਿਨ ਸੱਚ ਹੈ। ਜੋ ਸੱਚੇ ਪਿਤਾ ਵਾਹਿਗੁਰੂ ਨੂੰ ਇੱਕ ਨਿਮਕ ਵੀ ਨਹੀਂ ਵਿਸਾਰਦੇ, ਉਹ ਅੱਗੇ ਗਿਆਂ ਬਾਜੀ ਨਹੀਂ ਹਾਰਦੇ। ਤਿਸ ਬਾਪ ਕੋ ਕਿਉਂ ਮਨੋ ਵਿਸਾਰੀ, ਆਗੇ ਗਿਆ ਨਾ ਬਾਜੀ ਹਾਰੀ। ਆਸਾ ਸ੍ਰੀ ਕਬੀਰ ਜੀਓ। ਅੱਗਾ ਤੇ ਅਗਲੀ ਦਰਗਾਹ ਸਿੱਧ ਕਰਨ ਲਈ ਇਸ ਤੋਂ ਵਧੇਰੇ ਹੋਰ ਕੀ ਲਿਖਿਆ ਜਾਏ। ਜਿਨ੍ਹਾਂ ਦੀ ਤਸੱਲੀ ਹੋ ਜਾਣੀ ਹੈ ਸੋ ਇਤਨੇ ਵਿੱਚ ਹੀ ਹੋ ਜਾਣੀ ਹੈ। ਜਿਨ੍ਹਾਂ ਨੂੰ ਤਸੱਲੀ ਨਹੀਂ ਹੋਣੀ ਉਹਨਾਂ ਦੀ ਕਦੇ ਵੀ ਨਹੀਂ ਹੋਣੀ। ਸੋ ਇਸ ਵਿਸ਼ੇ ਪਰਥਾਏ ਇੱਥੇ ਹੀ ਬਸ ਕੀਤੀ ਜਾਂਦੀ ਹੈ। ਅੱਗੇ ਹੀ ਵਿਸਥਾਰ ਬਹੁਤ ਵੱਧ ਗਿਆ ਹੈ। ਹੁਣ ਅਗਲਾ ਕਾਂਡ ਨਰਕ ਸੁਰਗ ਦਾ ਚੱਲਦਾ ਹੈ।